प्यारी साध संगत जी, वाहेगुरु जी का खालसा, वाहेगुरु जी की फतेह। जुगो जुग अटल सहबे कमाल, बाणी के जहाज, कलयुग के तारक, सर्व कला सम्राट, अगदुती जोत साहिब श्री गुरु ग्रंथ साहब महाराज जी दी पावन पवित्र हजूरी च विराजमान गुरु की प्यारी साध संगत जीओ, हाजरियां लवाओ जी। सतनाम श्री वाहे गुरु साहिब, सतनाम श्री वाहे गुरु साहिब जी। जिनके भाग बड़े हैं भाई, तिन साधु संग मुख जुरे। ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਕਿਸੇ ਗੁਰੂ ਪਿਆਰੇ ਦੇ, ਕਿਸੇ ਗੁਰੂ ਸਤਕਾਰੇ ਦੇ, ਕਿਸੇ ਮਹਾਤਮਾ ਦੇ, ਕਿਸੇ ਸਾਧੂ ਦੇ ਸੰਗ ਪ੍ਰਾਪਤ ਹੁੰਦਾ। ਸਾਧੂ ਸੰਗ, ਸਾਧੂ ਸੰਗ ਦੀ ਉਪਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਅਸਥਾਨਾਂ ਤੇ ਕੀਤੀ ਹੈ। ਵੱਡੇ ਭਾਗ ਨੇ ਜੋ ਆਪ ਜੀ ਮਹਾਂਪੁਰਖਾਂ ਜੀ ਦੇ ਵਰਸਾਏ ਹੋਏ ਅਸਥਾਨ, ਭਗਤੀ ਅਤੇ ਤਪ ਅਸਥਾਨ ਦੇ ਉੱਪਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠ ਕੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਐਸੇ ਅਮੋਲਕ ਪਦਾਰਥਾਂ ਦੇ ਵਣਜ ਵਾਸਤੇ ਅਕਾਲ ਪੁਰਖ ਜੀ ਨੇ ਆਪ ਚੁਣ ਕੇ ਆਪ ਜੀ ਨੂੰ ਆਪਣੀ ਗੋਦ 'ਚ ਬਿਠਾਇਆ ਹੈ ਅਤੇ ਆਪ ਜੀ ਨਾਲ ਅਮੁੱਲੇ ਬਚਨਾਂ ਰਾਹੀਂ ਇਸ ਜੀਵਨ ਸੇਧ ਦਾ, ਇਸ ਲੋਕ ਤੋਂ ਪਰਲੋਕ ਤੱਕ ਦੇ ਸਫ਼ਰ ਦਾ ਮਹਾਰਾਜ ਜੀ ਆਪ ਵਿਧ ਬਣਾ ਰਹੇ ਹਨ। ਸ਼੍ਰੋਮਣੀ ਭਗਤ ਕਬੀਰ ਜੀ, ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਹੋਈ, ਸਾਹਿਬਾਂ ਜੀ ਨੇ ਉਹਨਾਂ ਦੇ ਆਤਮ ਸੂਖਸ਼ਮ ਅਮੁੱਲੇ ਗਿਆਨ ਨੂੰ ਸਾਰੀ ਸੰਗਤ ਦੇ ਪ੍ਰਤਾਪ ਵਾਸਤੇ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਕਰਕੇ ਸਾਰੀ ਮਨੁੱਖਤਾ ਦੇ ਭਲੇ ਉਪਦੇਸ਼ ਮਾਤਰ ਬਹੁਤ ਵੱਡੀ ਕਿਰਪਾ ਕੀਤੀ ਹੈ। ਸ਼੍ਰੋਮਣੀ ਭਗਤ ਜੀ ਦੀ ਬਾਣੀ ਦੇ ਵਿੱਚ ਸਰੀਰ ਦਾ ਖੋਜ, ਸਰੀਰ ਤੋਂ ਲੈ ਕੇ ਆਤਮਾ ਦੀ ਖੋਜ, ਆਤਮਾ ਤੋਂ ਪਰਮਾਤਮਾ ਤੱਕ ਦੇ ਸਫ਼ਰ ਦੇ ਬੜੇ ਸੁਚੱਜੇ ਵਰਣਨ ਕੀਤੇ ਹਨ। ਕੱਲ ਦੀ ਕਥਾ ਦੇ ਵਿੱਚ ਆਪ ਜੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਸੀ ਕਿ ਇਹ ਮਨੁੱਖ ਕਿਉਂ ਕਰ ਸਹਿਜ ਨਹੀਂ ਪ੍ਰਾਪਤ ਕਰਦਾ, ਇਸ ਨੂੰ ਸਹਿਜ ਕਿਉਂ ਪ੍ਰਾਪਤ ਨਹੀਂ ਹੁੰਦਾ। ਸ਼ਬਦ ਸੀ ਬਹੁ ਪਰਪੰਚ ਕਰ ਪਰ ਧਨ ਲਿਆਵੈ। ਤੇ ਅੱਜ ਉਸੇ ਲੜੀਵਾਰ ਵਿਚਾਰ ਦੇ ਵਿੱਚ ਰਾਗ ਸੋਰਠ ਭਗਤ ਕਬੀਰ ਜੀ ਦਾ ਜੋ 10ਵਾਂ ਸ਼ਬਦ ਹੈ ਉਸ ਦੇ ਦਰਸ਼ਨ ਕਰਾਂਗੇ। ਸ੍ਰੀ ਅਕਾਲ ਪੁਰਖ ਜੀ ਆਪ ਸੀਸ ਤੇ ਹੱਥ ਧਰ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿਮਤ ਕਰਨ ਅੰਗ ਸੰਗ ਵਰਤਦੇ ਹੋਏ ਆਪ ਇਸ ਸਰੀਰ ਘਟ ਅੰਦਰ ਵਸ ਕੇ ਆਪਣੀ ਅਗੰਮ ਬੋਧ ਬਾਣੀ ਦੇ ਵਿਚਾਰ ਸੰਗਤਾਂ ਰਾਹੀਂ ਦਰਸ਼ਨ ਕਰਾਉਣ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਗ 656 ਤੇ 10ਵੇਂ ਸ਼ਬਦ ਦੇ ਆਪਾਂ ਕੀਤੇ ਸੀ ਦਰਸ਼ਨ। 9ਵੇਂ ਸ਼ਬਦ ਦੇ 10ਵੇਂ ਸ਼ਬਦ ਤੋਂ ਸੰਤੋ ਮਨ ਪਵਨ ਸੁਖ ਬਨਿਆ। ਕਿੱਡੀ ਵੱਡੀ ਅਗਮਤਾ ਹੈ। ਭਗਤ ਜੀ ਦੀ ਅਵਸਥਾ ਕਿੰਨੀ ਉੱਪਰ ਹੈ, ਕਿੰਨੀ ਨਿਰਮਲ ਅਵਸਥਾ ਹੈ। ਉਹ ਇਹਨਾਂ ਘਟਾਂ ਨੂੰ, ਇਹਨਾਂ ਸਰੀਰਾਂ ਨੂੰ ਸੰਤੋ ਕਹਿ ਕੇ ਪੁਕਾਰ ਰਹੇ ਨੇ। ਜਿਹੜੇ ਮਹਾਰਾਜ ਦੀ ਗੋਦ 'ਚ ਆ ਕੇ ਬੈਠੇ ਨੇ ਉਹਨਾਂ ਨੂੰ ਸੰਬੋਧਨ ਸੰਤੋ ਕਰ ਰਹੇ ਨੇ। ਹਜੇ ਕਿ ਇਹ ਸਰੀਰਾਂ ਦੇ ਵਿੱਚ ਸੰਤਾਂ ਵਾਲੇ ਗੁਣ ਨਹੀਂ, ਪਰ ਮੈਨੂੰ ਬਚਨ ਯਾਦ ਆਉਂਦੇ ਨੇ ਮਹਾਂਪੁਰਖ ਬ੍ਰਹਮ ਗਿਆਨੀ, ਉਹਨਾਂ ਦੇ ਅਮੋਲ ਬਚਨ ਨੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਵਾਲਾ ਸਾਹਿਬ ਦੋਲਿਆਂ ਦੇ। ਉਹ ਕਹਿੰਦੇ ਜਿਤਨੇ ਮਨੁੱਖਾ ਦੇਹੀ ਚ ਨੇ ਸਭ ਸੰਤ ਨੇ। ਤੇ ਜਦੋਂ ਮੈਂ ਉਹ ਬਚਨ ਨੂੰ ਪੜ੍ਹਿਆ ਤੇ ਕਈ ਦਿਨ ਅੰਦਰ ਖੋਜ ਵਿਚਾਰ 'ਚ ਲੱਗਿਆ ਰਿਹਾ ਕਿ ਜਿਹੜੇ ਸਰੀਰ ਮਨੁੱਖ ਦੇ ਹੀ ਲੈ ਲਏ ਨੇ ਤੇ ਕੁਕਰਮ ਕਰ ਰਹੇ ਨੇ ਉਹ ਵੀ ਸੰਤ ਨੇ। तो बड़ी विचार मन दे विच चलदी रही।
फिर महापुरखा राही साहब श्री गुरु तेग बहादुर साहब की कृपा राही ये प्राप्ति हुई कि मनुखा देही मिलदी उस नूं है जिस दे भाग जिस दे कर्म संत वर्गे होण। तुसी वेखो जदों पुट्ठा लटकिया ते अंदर सहज अवस्था च सिमरन कर रहे हैं, बेअंत सिमरन कर रहे हैं। ते सिख धर्म की एक बड़ी वड्डी जुगती भी देखियो, जिथे भी साहब गुरु नानक साहब जी ने वेई नदी तो बाहर आके तप किया, सुल्तानपुर लोधी, आप जी बोर्ड ते ध्यान नाल पढ़ियो, लिखिया होएगा कि 9 महीने 13 दिन। जे आप जी बाबा बकाले जाओगे ते साहब श्री गुरु तेग बहादुर साहब जी दे तप स्थान भोरा साहब दे दर्शन करोगे ना, ते बाहर लिखिया होएगा 9 महीने 13 दिन। सिख धर्म च 9 महीने 13 दिन बहुत वड्डी दात है। 9 महीने 13 दिन इस शरीर नूं बनत वास्ते लगदे ने। माता दे पेट दे अंदर जो समा लगदा है इस नूं बनन वास्ते 9 महीने 13 दिन बनते ने। जे आपां पंचम पातशाह दे आसा राग दे शब्द दे दर्शन करिए, जिथे महाराज जी ने गुरु हरगोबिंद साहब दे प्रकाश विच साहब श्री गुरु अकाल पुरख जी की उस्तत करदियां धन्नवाद करदियां बचन कीता, 10 मासी हुक्म बालक जन्म लिया। 10वें महीने च 10 मासी, 10वें महीने च 9 महीने ते कुछ दिन उपर। तो गुरु के सवारियो रहो विचार, इस शरीर नूं बनन वास्ते इन्ना अंदर समा तप होया। इस शरीर ने अंदर तप कीता सहज अवस्था च, सुन अवस्था च मिल के कीता। अकाल पुरख नाल मिलिया होया सी, उदों सुन अवस्था सी, उदों कीता तप। उस तप करके मनुखा देही च इहदा प्रकाश होया। ते महापुरखां दे बचन अटल ने कि वो जदों बाहर आया ना, जिवें कंपनी चों गड्डी बाहर आउंदी ते उत्ते बाहर ओके लिखिया हुंदा भी इहदी हर चीज़ चैक कर लई है, इहदी सस्पेंशन ठीक है, इहदे टायर ठीक ने, ओके है गड्डी। इसे तरह जदों मनुखा देही बाहर आउंदी है ना, ये समा लैके ते फिर वो संपूर्ण आउंदी है। ओहदा कोई जात नहीं हुंदी, ओहदी कोई धर्म नहीं हुंदा, ओहदे कोई केस रखे ने कि कटाए ने नहीं हुंदे, ओहदा कोई वस्त्र नहीं हुंदे भी नीले ने कि पीले ने, ओहदा कोई पंथ नहीं हुंदा कि इहदा आ पंथ है या इहदा है। वो सिर्फ एक जोत हुंदी परमात्मा दी, उस नूं कहे संतो। ते हुण भगत जी दी किड्डी वड्डी अवस्था है। वो साडे शरीरां नूं नहीं वेख रहे, साडे अवगुणां वल नहीं वेख रहे, ये वड्डे दी पछाण हुंदी है। वो कदी भी तुहाडे अवगुणां वल नहीं निगाह मारेगा, वो तुहाडे अंदर दी प्रकाश, तुहाडे अंदर दे गुणां दा सत्कार करेगा। इसे करके महापुरख जिहड़े ने वो निर्वैर हुंदे ने, उन्हां नूं किसे नाल कोई द्वेष भावना नहीं हुंदी, क्योंकि वो अवगुणां वल निगाह ही नहीं मारदे, वो अवगुणां वल ध्यान ही नहीं करदे। ते इस करके वो संत रूप हो जाते हैं, आप संत रूप हो जाते, जिहदी निगाह समतुल हो गई, संत रूप हो गया। इसे तरह भगत जी की निगाह संत रूप हो गई। वो कहते ये पुकार के कह रहे हैं भी जेड़े धन गुरु ग्रंथ साहब जी की गोद दे विच आ बैठे हो, जेड़े गुरु ग्रंथ साहब जी की बाणी नाल जुड़ बैठे हो, जेड़े अकाल पुरख हरि परमेश्वर परमात्मा रमे हुए राम नूं चिंतन कर रहे हो, तुसी सारे संत जनों हो। संत हो मन पावन, इत्थे विश्राम थोड़ा जिहा लांगे फिर अर्थ समझ आउणगे। मन पावन सुख बनिया। भगत जी कह रहे ने कि पिछली अवस्था दे विचों आउंदियां सहज लैंदियां सिमरन करदियां अकाल पुरख दा निर्मल सिमरन करदियां सहज प्राप्ति हो गई। ते सहज प्राप्ति किवें होई, किहड़े किहड़े कर्मां तो आपां रोकना, वो भी सानूं वरजिया भी आ नहीं करने। कहंदे जदों इदां दी अवस्था बन गई ना, ते फिर की होया, मन पवन है। ये मन जिहड़ा ना पवन दी रूप है, चंचल है, बहुत बहुत चंचल। चंचल कहंदे ने जे टिक के ना बैठे। आ छोटा बच्चा हुंदा ना, वो भी चंचल हुंदा। पहला मां लियाउंदी है, सतसंग च लियाउंदी है, इत्थे बिठाओ गो च बिठा लैंदी। वो थोड़ा चिर बैठदा ना, फिर उठ के दौड़न दी करदा ते मां उहनूं बांह तो खिंच के फिर बिठा लैंदी। वो 2 मिनट फिर बैठदा, फिर उठ के तुरदा। ਉਹਦੀ मां फिर ਜਿਹੜੀ थोड़ा कुन तुरन ਦਿੰਦੀ भी चल थोड़ा तुर ला, फिर मैं फिर बुलावांगे ਇਹਨੂੰ। ਤੇ ਨਾਲ ਜਿਹੜੇ ਬੈਠੇ ਸੰਗੀ ਸਾਥੀ ਹੁੰਦੇ ਉਹਨਾਂ ਚੋਂ ਇੱਕ ਅੱਧਾ ਉਹਨੂੰ ਬਾਂਹ ਤੋਂ ਖਿੱਚ ਕੇ ਫਿਰ ਬਿਠਾ ਲੈਂਦਾ। ਕੋਈ ਚੀਜ਼ ਦਿਖਾਉਂਦਾ ਖਾਣ ਦੀ, ਕੋਈ ਟੌਫੀ, ਕੋਈ ਵੀ ਬੈਠ ਜਾਵੇ, ਉਹ 2 ਘੜੀ ਬੈਠਦਾ ਫਿਰ ਉੱਠ ਕੇ ਭੱਜਦਾ। ਇਹ ਚੰਚਲਤਾ ਹੈ। ਇਸੇ ਤਰ੍ਹਾਂ ਮਨ ਸਾਡਾ ਚੰਚਲ ਹੈ, ਬਾਲਕ ਨੇ ਹੀ ਚੰਚਲ ਹੈ। ਔਰ ਪਵਨੇ ਕਿਉਂ ਕਿਹਾ? ਕਿਉਂਕਿ ਪਵਨ ਦੀ ਗਤੀ ਸਭ ਤੋਂ ਵੱਧ ਜੇ ਸਭ ਤੋਂ ਵੱਧ ਕਿਸੇ ਦੀ ਸਪੀਡ ਹੈ ਨਾ, ਤਾਂ ਪਵਨ ਦੀ ਹੈ। तो पवने मन पवन दी न्याई तेज चलदा। आ वेखो हुण इत्थे मन बैठा ना, हाजिर है, ते हुणे मन इत्थों हेमकुंड साहब पहुंच जाएगा, निशान साहब कोल खड़ा होकर अरदास करन लग जाएगा। हुणे मन जिहड़ा है ਉਹਦੇ ਵਿੱਚ माड़ा जिहा विचार लग्या ते तख्त श्री हजूर साहब नदेड़ विखे जाके मत्था टेकन लग जाएगा। किन्ना समा लग्या इहनूं? कुछ भी नहीं समा लग्या, एडी तेज गति है।
ਇੰਨਾ ਚੰਚਲ ਹੈ, ਇਹ ਟਿਕਦਾ ਹੀ ਨਹੀਂ ਹੈ। ਮਨ ਪਵਨ ਹੈ, ਚੰਚਲ ਹੈ, ਮਨ ਪਵਨ ਦੀ ਨਿਆਈ ਹੈ। ਪਰ ਕਹਿੰਦੇ ਕੀ ਹੈ, ਸੁਖ ਬਣਿਆ। ਹੁਣ ਕਹਿੰਦੇ ਮੈਨੂੰ ਸੁਖ ਮਿਲ ਗਿਆ ਹੈ। ਆਪਾਂ ਸੁਖਮਨੀ ਸਾਹਿਬ 'ਚ ਦਰਸ਼ਨ ਕਰਦੇ ਹਾਂ, ਭਗਤ ਜਨਾ ਕੈ ਮਨ ਵਿਸ਼ਰਾਮ। ਹੁਣ ਮੈਨੂੰ ਟਿਕਾਓ ਮਿਲ ਗਿਆ ਹੈ, ਮੇਰਾ ਮਨ ਟਿਕ ਗਿਆ ਹੈ। ਕਿਉਂ? ਕਿਉਂਕਿ ਵਿਚਾਰ ਪੈਦੇ ਹੀ ਨਹੀਂ ਹੁੰਦੇ, ਤੇ ਜੇ ਪੈਦੇ ਹੀ ਨਹੀਂ ਹੋਣਗੇ ਤੇ ਦੌੜੇਗਾ ਕੌਣ? ਪਵਨ ਦੀ ਨਿਆਈ ਕੌਣ ਦੌੜੇਗਾ? ਮਨ ਦੇ ਵਿਚਾਰ ਦੌੜਦੇ ਨੇ। ਤੇ ਜਦੋਂ ਮਨ ਦੇ ਵਿਚਾਰ ਪੈਦੇ ਹੀ ਨਹੀਂ ਹੋ ਰਹੇ, ਕੱਲ ਆਪਾਂ ਬਚਨ ਕੀਤੇ ਸੀ, ਉਹ ਪੈਦੇ ਹੀ ਨਹੀਂ ਹੋ ਰਹੇ, ਵਿਚਾਰ ਹੈ ਹੀ ਨਹੀਂ, ਨਿਰਵਿਚਾਰ ਹੋ ਕੇ ਬੈਠੇ ਇੱਕੋ ਸੁਰਤੀ 'ਚ ਇੱਕ ਨਾਲ ਜੁੜਿਆ ਹੋਇਆ। ਤੇ ਕਹਿੰਦੇ ਫਿਰ ਹੁਣ ਮੈਨੂੰ ਉਦੋਂ ਸੁੱਖ ਮਿਲਦਾ, ਉਦੋਂ ਮੈਨੂੰ ਆਨੰਦ ਮਿਲਦਾ। ਕਈ ਵਾਰੀ ਪਾਠ ਬਾਣੀ ਹੁੰਦੀ ਹੋਏ ਬੜੀ ਆਨੰਦਮਈ, ਤੇ ਸਾਡੇ ਸਰੀਰ ਸੌਂ ਜਾਂਦੇ ਨੇ, ਅੱਖਾਂ ਬੰਦ ਹੋ ਜਾਂਦੀਆਂ, ਅਸੀਂ ਸੋਚਦੇ ਹਾਂ ਇਹ ਸਰੀਰ ਸੌਂ ਗਿਆ। ਉਹ ਸੌਂ ਨਹੀਂ ਗਿਆ ਹੈ। ਜੇ ਸੌਂ ਗਿਆ ਹੁੰਦਾ ਨਾ ਤੇ ਉਹ ਹੇਠਾਂ ਇੱਧਰ ਉੱਧਰ ਖੱਬੇ ਸੱਜੇ ਡਿੱਗ ਜਾਂਦਾ। ਉਹ ਸੁੱਤਾ ਨਹੀਂ ਹੈ। ਉਸ ਦੇ ਮਨ ਨੂੰ ਕੁਝ ਸਮੇਂ ਵਾਸਤੇ ਪ੍ਰਮਾਤਮਾ ਨੇ ਵਿਸ਼ਰਾਮ ਦੇਤਾ ਸੰਗਤ ਦੇ ਵਿੱਚ। ਉਸ ਨੂੰ ਜਿਹੜਾ ਆਨੰਦ ਕਦੀ ਨਹੀਂ ਸੀ ਮਿਲਿਆ, ਜਿਹੜੀ ਉਹਦੀ ਭੱਜ ਦੌੜ ਅੰਦਰ ਦੀ ਰੌਲੇ ਪਏ ਹੋਏ ਸੀ, ਉਹ ਹੁਣ ਕੁਝ ਟਾਈਮ ਵਾਸਤੇ ਟਿਕ ਗਏ ਨੇ। ਇਸ ਕਰਕੇ ਉਸ ਦਾ ਤਨ ਵੀ ਟਿਕ ਗਿਆ, ਉਹਦਾ ਤਨ ਨੂੰ ਵੀ ਆਰਾਮ ਆ ਗਿਆ, ਉਹਦਾ ਤਨ ਵੀ ਜਿਹੜਾ ਸਹਿਜ ਵੀ ਚਲਾ ਗਿਆ, ਸੁਖ ਬਣਿਆ। ਇਹ ਸੁਖ ਭਗਤ ਜੀ ਕਹਿੰਦੇ ਹੁਣ ਬਣ ਗਿਆ ਹੈ। ਕਿਛ ਜੋਗ ਪ੍ਰਾਪਤ ਗਨਿਆ। ਕਹਿੰਦੇ ਕਿਛ ਥੋੜਾ ਜਿਹਾ, ਜੋਗ ਦਾ ਅਰਥ ਹੈ ਯੋਗ, ਕਾਬਲ, ਪ੍ਰਾਪਤ ਪ੍ਰਾਪਤੀ ਵਾਸਤੇ, ਗਨਿਆ ਸਮਝਿਆ ਜਾ ਸਕਦਾ ਹੈ, ਗਿਣਿਆ ਜਾ ਸਕਦਾ, ਮੰਨਿਆ ਜਾ ਸਕਦਾ। ਭਗਤ ਜੀ ਕਹਿੰਦੇ ਜਦੋਂ ਮੈਨੂੰ ਸੁਖ ਦੀ ਪ੍ਰਾਪਤੀ ਹੋਈ, ਆਤਮਿਕ ਸੁਖ ਦੀ ਪ੍ਰਾਪਤੀ, ਆਤਮਿਕ ਠਹਿਰਾਵ ਦੀ ਪ੍ਰਾਪਤੀ ਹੋਈ, ਉਦੋਂ ਕਹਿੰਦੇ ਮੈਂ ਹੁਣ ਇਹ ਜਾਣ ਸਕਦਾ ਹਾਂ ਕਿ ਪਰਮਾਤਮਾ ਹੁਣ ਇਸ ਦੀ ਪ੍ਰਾਪਤੀ ਹੋ ਜਾਣੀ ਹੈ। ਮੈਂ ਹੁਣ ਪਰਮਾਤਮਾ ਦੀ ਪ੍ਰਾਪਤੀ ਦੇ ਯੋਗ ਮਨ ਬਣ ਗਿਆ ਹੈ। ਮੇਰੀ ਆਤਮਾ ਜੋ ਹੈ ਉਹਦੀ ਅਵਸਥਾ ਪਰਮਾਤਮਾ ਦੀ ਪ੍ਰਾਪਤੀ ਯੋਗ ਬਣ ਗਈ ਹੈ। ਕਿਛ ਜੋਗ ਪ੍ਰਾਪਤ ਗਨਿਆ। ਪਰ ਵੇਖੋ ਸਾਰੀਆਂ ਨਿਸ਼ਾਨੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਜੇ। ਪਹਿਲਾਂ ਇੱਕ ਰਸ ਸਿਮਰਨ ਹੋਏਗਾ, ਇੱਕ ਰਸ ਬਿਨਾਂ ਕਾਮਨਾ ਤੋਂ ਨਿਸ਼ਕਾਮ ਸਿਮਰਨ ਹੋਏਗਾ, ਉੱਥੋਂ ਸੁਖ ਪੈਦਾ ਹੋਏਗਾ। ਵਿਕਾਰ ਬਾਹਰ ਚਲੇ ਜਾਣਗੇ, ਵਿਚਾਰ ਬਾਹਰ ਚਲੇ ਜਾਣਗੇ, ਜਗ੍ਹਾ ਖਾਲੀ ਹੋ ਜਾਏਗੀ। ਉੱਥੇ ਫਿਰ ਸੁਖ ਆਸਨ ਵਿਛੇਗਾ, ਉੱਥੇ ਸਹਿਜ ਦਾ ਆਨੰਦ ਦਾ ਆਸਣ ਵਿਛੇਗਾ, ਤੇ ਫਿਰ ਲੱਗੇਗਾ ਕਿ ਹੁਣ ਆਸਣ ਵਿਛ ਗਿਆ ਤੇ ਹੁਣ ਜ਼ਰੂਰ ਧੰਨ ਗੁਰੂ ਨਾਨਕ ਸਾਹਿਬ ਜੀ ਆਉਣਗੇ ਤੇ ਉਸ ਆਸਣ ਤੇ ਬੈਠਣਗੇ। ਹੁਣ ਧੰਨ ਗੁਰੂ ਰਾਮਦਾਸ ਆਉਣਗੇ, ਉਹ ਬੈਠਣਗੇ। ਇਹ ਜਿਵੇਂ ਆਪਾਂ ਬਾਹਰ ਆਸਣ ਵਿਛਾਉਨੇ ਆ, ਇਹ ਸਾਡੀ ਮਨ ਦੀ ਪ੍ਰਤੀਤ ਹੈ, ਪ੍ਰੇਮ ਹੈ। ਅਸੀਂ ਬਾਰ-ਬਾਰ ਯਤਨ ਕਰਦੇ ਹਾਂ ਕਿ ਕਿਸੇ ਕਦੀ ਇਹ ਵੀ ਹੋ ਜਾਵੇ ਜਿਵੇਂ ਸਰੀਰ ਹੱਥ ਵਿਛਾ ਰਹੇ ਨੇ ਆਸਣ ਕਿ ਆਉਣਗੇ ਬੈਠਣਗੇ, ਉਸੇ ਤਰ੍ਹਾਂ ਕਦੀ ਮਨ ਦੀ ਵੀ ਅਵਸਥਾ ਬਣ ਜਾਏ ਕਿ ਮੈਂ ਇਹ ਮਨ ਗਣੇ, ਇਹ ਜਾਣ ਲਏ, ਇਹ ਸਮਝ ਲਏ ਮਨ ਕਿ ਹੁਣ ਪਰਮਾਤਮਾ ਦੀ ਪ੍ਰਾਪਤੀ ਦੇ ਯੋਗ ਹੋ ਗਿਆ ਹੈ। ਇੱਥੇ ਕਬੀਰ ਜੀ ਨੇ ਅੰਦਰ ਦੀ ਅਵਸਥਾ ਦਾ ਬਚਨ ਕੀਤਾ। ਰਹਾਉ ਦੀ ਤੁਕ ਹੈ। ਰਹਾਉ ਦੀ ਤੁਕ ਸਾਨੂੰ ਸ਼ਬਦ ਦਾ ਸਾਰ ਦਿੰਦੀ ਹੈ ਕਿ ਜਦੋਂ ਸੁਖ ਬਣੇਗਾ ਨਾ ਤੇ ਬਾਹਰੋਂ ਨਹੀਂ ਪੁੱਛਣਾ ਪੈਣਾ, ਦੱਸਣਾ ਵੀ ਨਹੀਂ ਕਿਸੇ ਨੂੰ ਪੈਣਾ। ਤੇਰਾ ਅੰਦਰ ਹੀ ਤੈਨੂੰ ਦੱਸੇਗਾ, ਤੇਰੀ ਆਤਮਾ ਹੀ ਦੱਸੇਗੀ ਕਿ ਹੁਣ ਪਰਮਾਤਮਾ ਦੀ ਯੋਗ ਹਾਂ। ਉਦੋਂ ਤੱਕ ਮਨ ਟਿਕਿਆ ਨਹੀਂ ਨਾ, ਤੇ ਉਦੋਂ ਤੱਕ ਨਹੀਂ। ਜਦੋਂ ਟਿਕ ਗਿਆ ਹੈ ਉਦੋਂ ਪ੍ਰਾਪਤੀ ਯੋਗ ਹੈ। ਗੁਰ ਦਿਖਲਾਈ ਮੋਰੀ। ਗੁਰ ਇਹ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਦਿਖਲਾਈ ਮੋਰੀ। ਜਿਹੜਾ ਮੇਰਾ ਆਤਮਿਕ ਸਰੂਪ ਦਾ ਗੁਰੂ ਹੈ ਬਾਣੀ। ਆਤਮਿਕ ਸਰੂਪ ਦਾ ਗੁਰੂ ਕੌਣ ਹੈ? ਬਾਣੀ। ਨਾਮ ਜਪਣਾ ਹੈ, ਵਾਹਿਗੁਰੂ ਜਪਣਾ ਹੈ, ਗੁਰ ਮੰਤਰ ਜਪਣਾ ਹੈ, ਮੂਲ ਮੰਤਰ ਜਪਣਾ ਹੈ, ਇਹ ਗੁਰੂ ਹੈ ਬਾਣੀ। ਗੁਰੂ ਹੈ ਬਾਣੀ। ਇਸ ਗੁਰੂ ਨੇ ਮੈਨੂੰ ਕੀ ਵਿਖਾਤਾ ਹੈ? ਦਿਖਾਤੀ ਹੈ ਮੋਰੀ। ਮੋਰੀ ਮਤਲਬ ਕਮਜ਼ੋਰੀ। ਮੇਰੀ ਕਮਜ਼ੋਰੀ ਮੈਨੂੰ ਵਿਖਾਈ ਹੈ। ਜੇ ਥੋੜੇ ਜਿਹੇ ਡੂੰਘੇ ਅਰਥਾਂ 'ਚ ਜਾਈਏ, ਸਾਡੇ 5 ਇੰਦਰੇ ਨੇ, ਉਹਨਾਂ ਇੰਦਰੀਆਂ 'ਚੋਂ 3 ਇੰਦਰੇ ਐਸੇ ਨੇ ਜਿਹੜੇ ਮੋਰੀਆਂ ਵਾਲੇ ਨੇ। ਕੰਨ ਵੀ ਮੋਰੀਆਂ ਵਾਲੇ ਨੇ, ਨੱਕ ਵੀ ਮੋਰੀਆਂ ਵਾਲੇ ਨੇ, ਤੇ ਅੱਖਾਂ ਵੀ ਮੋਰੀਆਂ ਵਾਲੇ ਨੇ। ਜਦੋਂ ਅੱਖਾਂ ਨਿਕਲ ਜਾਂਦੀਆਂ ਪਿੱਛੇ ਮੋਰੀਆਂ ਰਹਿ ਜਾਂਦੀਆਂ। ਇਹ ਤਿੰਨੋਂ ਨੇਤਰ ਦੇ ਵਿੱਚੋਂ, ਤਿੰਨੋਂ ਇੰਦਰੀਆਂ 'ਚ ਜਿਹੜੇ ਵਿਸ਼ੇ ਆਦਿਕ ਵਿਕਾਰ ਨੇ ਉਹ ਅੰਦਰ ਆਉਂਦੇ ਨੇ। ਉਹ ਮੋਰੀਆਂ ਮੈਨੂੰ ਵਿਖਾਤੀਆਂ ਨੇ। ਕਿਹੜੀ ਮੋਰੀ? ਵੇਖੋ ਗੁਰੂ ਕੇ ਪਿਆਰਿਓ, ਤੁਸੀਂ ਸਤਸੰਗ ਕਰ ਰਹੇ ਹੋ, ਬਾਣੀ ਦਾ ਗੁਣ ਇਕੱਤਰ ਹੋ ਰਹੇ ਨੇ, ਅੰਦਰ ਸਹਿਜ ਦੇ ਗੁਣ ਇਕੱਤਰ ਹੋ ਰਹੇ ਨੇ। ਆਪਾਂ ਬਾਹਰ ਚਲੇ ਗਏ, ਸਮਾਪਤੀ ਹੋ ਗਈ, ਤੇ ਬਾਹਰ ਜਾ ਕੇ ਕਿਸੇ ਦੀ ਈਰਖਾ ਸ਼ੁਰੂ ਹੋ ਗਈ। ਉਹ ਈਰਖਾ ਕਿਹਦੇ ਰਾਹੀਂ ਅੰਦਰ ਗਈ ਹੈ? ਕੰਨ ਰਾਹੀਂ ਗਈ ਹੈ।
ਤੇ ਉਹਨੇ ਕੀ ਕੀਤਾ, ਜਿਹੜਾ ਤੁਸੀਂ ਅੰਦਰ 10 ਮਿੰਟ 15 ਮਿੰਟ ਬੀਜਿਆ ਸੀ, ਕੋਈ ਹਰੀ ਖੇਤੀ ਉਗਣ ਲੱਗੀ ਸੀ, ਉਹਨੂੰ ਜਾ ਕੇ ਖਾ ਲਿਆ ਹੈ, ਉਹਨੂੰ ਖਤਮ ਕਰਤਾ ਹੈ। ਭਗਤ ਜੀ ਕਹਿੰਦੇ ਨੇ ਮੈਨੂੰ ਗੁਰੂ ਨੇ, ਆਤਮਿਕ ਗਿਆਨ ਨੇ, ਉਸ ਪ੍ਰਕਾਸ਼ ਨੇ ਮੈਨੂੰ ਇਹ ਦੱਸਤਾ ਹੈ ਕਿ ਤੇਰੇ ਅੰਦਰ ਕਮਜ਼ੋਰੀਆਂ ਨੇ। ਉਹ ਕਮਜ਼ੋਰੀਆਂ ਕਿਹੜੀਆਂ ਨੇ? ਮਾਫ ਕਰ ਦਿਓ, ਜਿਸ ਦਿਨ ਮਨੁੱਖ ਨੂੰ ਆਪਣੀ ਕਮਜ਼ੋਰੀ ਪਤਾ ਲੱਗਣ ਲੱਗ ਗਈ, ਉਹ ਦਿਨ ਬੜਾ ਵੱਡਾ ਤੇ ਸੁਭਾਗਾ ਹੁੰਦਾ ਜੀ। ਉਹ ਬਹੁਤ ਸੁਭਾਗਾ ਦਿਨ ਹੁੰਦਾ ਹੈ ਜਿਸ ਦਿਨ ਮਨੁੱਖ ਨੂੰ ਕਿਉਂਕਿ ਕਈ ਜਨਮ ਲੰਘ ਗਏ ਨੇ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਉਂ ਸਾਡਾ ਮੇਲ ਨਹੀਂ ਪਰਮਾਤਮਾ ਨਾਲ ਹੋ ਰਿਹਾ। ਤੇ ਜਿਸ ਦਿਨ ਕਿਸੇ ਆਤਮਕ ਅਵਸਥਾ 'ਚ ਵਿਚਰਦੇ ਆ, ਜਿਸ ਦਿਨ ਜਾਪ ਕਰਦੇ ਆ, ਅਕਾਲ ਪੁਰਖ ਦੀ ਚਰਨੀ ਲੱਗਿਆ, ਇਹ ਗਿਆਨ ਹੋ ਜਾਏ ਕਿ ਮੈਨੂੰ ਕਿਹੜੀ ਚੀਜ਼ ਮਿਲਣ ਨਹੀਂ ਦੇ ਰਹੀ। ਭਗਤ ਜੀ ਉਸ ਅਵਸਥਾ ਨੂੰ ਕਹਿ ਰਹੇ ਨੇ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਮਿਰਗ ਚੰਚਲ ਪਸ਼ੂ, ਜਿਹਦੀ ਬਿਰਤੀ ਪਸ਼ੂ ਰੂਪੀ ਹੈ ਪਰ ਬੜਾ ਚੰਚਲ ਹੈ, ਪਤਾ ਹੀ ਨਹੀਂ ਲੱਗਣ ਦਿੰਦਾ ਕਦੋਂ ਚੋਰੀ ਚੋਰੀ ਅੰਦਰ ਵੜ ਜਾਂਦਾ, ਸਹਿਜੇ ਅੰਦਰ ਵੜ ਜਾਂਦਾ ਹੈ, ਪਤਾ ਹੀ ਨਹੀਂ ਲੱਗਣ ਦਿੰਦਾ। ਇੱਥੇ ਸਾਨੂੰ ਵੀ ਪਤਾ ਨਹੀਂ ਲੱਗਦਾ। ਇੱਥੇ ਪਾਠ ਕਰਕੇ ਗਏ ਆ, ਇੱਥੇ ਭਗਤੀ ਕੀਤੀ ਹੈ, ਦੀਵਾਨ ਲੱਗੇ ਨੇ ਐਤਵਾਰ ਦੇ, ਕਿਹੜੇ ਬੜੇ ਸੁੰਦਰ ਵਿਚਾਰ ਝੋਲੀ 'ਚ ਪਏ ਨੇ, ਬੜੇ ਅਮੋਲਕ ਰਤਨ ਪਏ ਨੇ, ਪਰ ਪਤਾ ਹੀ ਨਹੀਂ ਲੱਗਿਆ। 1 ਮਿੰਟ ਵਾਸਤੇ ਬਾਹਰ ਗਏ ਸੀ, ਪਹਿਲਾਂ ਅਕਾਲ ਪੁਰਖ ਦੀ ਉਸਤਤ ਦੀਆਂ ਗੱਲਾਂ ਕਰ ਰਹੇ ਸੀ, ਮਹਾਂਪੁਰਖਾਂ ਦੀ ਉਸਤਤ, ਪਤਾ ਹੀ ਨਹੀਂ ਲੱਗਦਾ 1 ਸਕਿੰਟ 'ਚ ਕਦੋਂ ਵਿੱਚ ਈਰਖਾ ਰੂਪੀ ਆਉਂਦਾ, ਚੁੱਪਚਾਪ ਹੀ ਕੰਨ 'ਚ ਵੜ ਜਾਂਦਾ। ਉਹ ਕੰਨ 'ਚ ਵੜਦਾ ਤੇ ਫਿਰ ਮੂੰਹ 'ਚੋਂ ਨਿਕਲਣਾ ਵੀ ਸ਼ੁਰੂ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ। ਮਿਰਗ ਪਰਤ ਹੈ ਚੋਰੀ, ਇਸੇ ਵੱਲ ਧਿਆਨ ਕਰਨਾ ਹੈ। ਇਹਦਾ ਗਿਆਨ ਕਦੋਂ ਹੋਏਗਾ? ਜਦੋਂ ਸਿਮਰਨ ਸ਼ੁਰੂ ਹੋਏਗਾ, ਜਦੋਂ ਅੰਦਰ ਆਤਮਿਕ ਆਨੰਦ ਸ਼ੁਰੂ ਹੋਏਗਾ, ਫਿਰ ਪਤਾ ਲੱਗੇਗਾ ਘਾਟਾ ਪੈਣ ਲੱਗ ਗਿਆ। ਕੱਲ ਗਿਆ ਸੀ ਦੀਵਾਨ ਦੇ ਵਿੱਚ, ਘਰ ਆ ਕੇ ਬੜਾ ਆਨੰਦ ਸੀ, ਰਾਤ ਬੜੀ ਆਨੰਦ 'ਚ ਸਿਮਰਨ 'ਚ ਬੀਤੀ। ਅੱਜ ਗਿਆ ਸੀ ਦੀਵਾਨ 'ਚ ਤੇ ਵਾਪਸ ਆਇਆ, ਅੱਜ ਮਨ ਨਹੀਂ ਲੱਗ ਰਿਹਾ। ਉੱਥੋਂ ਪਤਾ ਲੱਗੇਗਾ ਵੀ ਅੱਜ ਕਿਹੜੀ ਮੋਰੀ ਦੇ ਵਿੱਚੋਂ ਕਿਹੜਾ ਜਿਹੜਾ ਨੁਕਸਾਨ ਹੋ ਗਿਆ। ਤਾਂ ਕਹਿ ਰਹੇ ਨੇ ਮੂੰਦ ਲੀਏ ਦਰਵਾਜ਼ੇ, ਮੂੰਦ ਲੀਏ। ਭਗਤ ਜੀ ਕਹਿੰਦੇ ਮੈਂ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਆ ਜਿਹੜੇ ਮੋਰੀਆਂ ਦੇ ਦਰਵਾਜ਼ੇ ਨੇ ਨਾ, ਇਹਨਾਂ ਨੂੰ ਮੋੜ ਲਿਆ, ਮੂੰਦ ਲਏ ਨੇ, ਬੰਦ ਕਰ ਲਏ ਨੇ। ਦੇਖੋ ਇਹਨਾਂ ਚੋਂ ਵਿਕਾਰ ਆਉਣੇ ਨੇ। ਕਿਹੜੇ ਵਿਕਾਰ ਆਉਣੇ ਨੇ? ਪਰ ਨਿੰਦਿਆ ਆਉਣੀ ਹੈ, ਪਰ ਧਨ ਦਾ ਲੋਭ ਆਉਣਾ ਅੱਖਾਂ ਚੋਂ। ਕੋਈ ਵੀ ਕਿਸੇ ਨੂੰ ਧਨ ਮਿਲ ਰਿਹਾ, ਕਿਸੇ ਨੂੰ ਨਾਮ ਧਨ ਮਿਲ ਰਿਹਾ, ਕਿਸੇ ਨੂੰ ਪੈਸੇ ਦਾ ਧਨ ਮਿਲ ਰਿਹਾ, ਕਿਸੇ ਨੂੰ ਹੋਰ ਧਨ ਮਿਲ ਰਿਹਾ, ਬੜੇ ਧਨ ਨੇ। ਪਰ ਧਨ ਦੂਜੇ ਦਾ ਚੜ੍ਹਤ ਵੇਖ ਕੇ, ਦੂਜੇ ਦੀ ਚੰਗਿਆਈ ਵੇਖ ਕੇ ਇਸ ਨੂੰ ਅੱਖਾਂ ਦੇ ਵਿੱਚੋਂ ਅੰਦਰ ਚਲਾ ਗਿਆ ਤੇ ਇਸ ਨੂੰ ਪਰ ਧਨ, ਪਰ ਤਨ, ਪਰ ਨਿੰਦਿਆ, ਆ ਤਿੰਨਾਂ ਦੀ ਗੱਲ ਕਰ ਰਹੇ। ਇਹ ਤਿੰਨਾਂ ਦੇ ਵਿੱਚੋਂ ਆ 3 ਚੀਜ਼ਾਂ ਅੰਦਰ ਆਉਣੀਆਂ ਸੀ, ਇਹ ਅੰਦਰ ਨਾ ਆ ਸਕਣ, ਇਸ ਕਰਕੇ ਭਗਤ ਜੀ ਕਹਿੰਦੇ ਮੈਂ ਦਰਵਾਜ਼ੇ ਮੂੰਦ ਲਏ ਨੇ, ਮੈਂ ਇਹਨਾਂ ਵੱਲ ਧਿਆਨ ਹੀ ਨਹੀਂ ਕਰਦਾ। ਕੰਨ ਹੈਗੇ ਜ਼ਰੂਰ ਨੇ ਪਰ ਸੁਣਦੇ ਕੁਛ ਨਹੀਂ। ਕਈ ਵਾਰੀ ਸਾਡੇ ਨਾਲ ਐਸੀ ਅਵਸਥਾ ਹੁੰਦੀ ਹੈ, ਬੱਚੇ ਸਾਡੇ ਨਾਲ ਗੱਲ ਕਰ ਰਹੇ ਨੇ, ਕੋਈ ਗੱਲ ਕਰ ਰਿਹਾ ਹੁੰਦਾ, ਪਰ ਸਾਡਾ ਧਿਆਨ ਕਿਸੇ ਸਾਖੀ ਵੱਲ, ਕਿਸੇ ਵੱਡੇ ਵਿਚਾਰ ਵੱਲ, ਕਿਸੇ ਮਹਾਂਪੁਰਖ ਵੱਲ ਲੱਗਿਆ ਹੁੰਦਾ, ਤੇ ਉਹ ਬੋਲੀ ਜਾਂਦਾ ਤੇ 2 ਮਿੰਟ ਬਾਅਦ ਸਾਨੂੰ ਕਹਿੰਦਾ ਵੀ ਵੀਰ ਜੀ ਆਹ ਗੱਲ ਤੁਹਾਡੇ ਨਾਲ ਕੀਤੀ, ਤੁਸੀਂ ਕਹੋ ਜੀ ਹਾਂ ਤੇਰੀ ਗੱਲ ਤੂੰ ਕਹਿ ਤਾਂ ਰਿਹਾ ਸੀ ਪਰ ਮੈਂ ਬਹੁਤੀ ਸੁਣੀ ਨਹੀਂ। ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਸੁਣੀ ਨਹੀਂ? ਸੁਣੀ ਤਾਂ ਹੈ ਪਰ ਅੰਤਸ਼ਕਰਨ ਤੱਕ ਨਹੀਂ ਗਈ, ਉਹ ਕੰਨਾਂ ਤੋਂ ਹੀ ਵਾਪਸ ਚਲੀ ਗਈ, ਤੈਨੂੰ ਅੰਦਰ ਨਹੀਂ ਜਾਣ ਦਿੱਤਾ। ਇਹਨੂੰ ਕਹਿੰਦੇ ਨੇ ਮੂੰਹ ਦੇ ਲਈ ਦਰਵਾਜ਼ੇ। ਨਿੰਦਿਆ ਸ਼ੁਰੂ ਹੋ ਗਈ ਹੈ ਨਾ, ਤੇ ਤੁਸੀਂ ਸਿਮਰਨ ਸ਼ੁਰੂ ਕਰ ਦਿਓ, ਜਾਂ ਤਾਂ ਉਥੋਂ ਪਾਸੇ ਹੋ ਜਾਓ ਤਾਂ ਕਿ ਕੰਨ ਦੇ ਅੰਦਰ ਨਿੰਦਿਆ ਜਾਏ ਹੀ ਨਾ। ਪਰ ਜੇ ਨਹੀਂ ਤੁਸੀਂ ਪਾਸੇ ਹੋ ਸਕਦੇ ਤਾਂ ਸਿਮਰਨ ਸ਼ੁਰੂ ਕਰ ਦਿਓ, ਘੱਟੋ ਘੱਟ ਦਰਵਾਜ਼ੇ ਬੰਦ ਹੋ ਜਾਣ। ਮੂੰਦ ਲੀਏ ਦਰਵਾਜ਼ੇ ਬਾਜੀਲੇ ਅਨਹਦ ਬਾਜੇ। ਬਸ ਕਹਿੰਦੇ ਉਹ ਦਰਵਾਜ਼ੇ ਬੰਦ ਕਰਨ ਦੀ ਦੇਰ ਸੀ। ਆਪਣੇ ਨਾ ਆਲੇ ਦੁਆਲੇ ਆਂਢ ਗੁਆਂਢ ਚ ਵਿਆਹ ਹੁੰਦਾ ਤੇ ਡੀਜੇ ਡੂਜੇ ਲਾਈ, ਉੱਚੀ ਆਵਾਜ਼ ਹੁੰਦੀ ਬੜੀ, ਤੇ ਤੁਸੀਂ ਕੀ ਕਰਦੇ ਹੋ? ਅਖੀਰ ਔਖੇ ਹੋ ਕੇ ਨਾ ਸਾਰੇ ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਦਿੰਦੇ, ਉੱਤੇ ਪਰਦੇ ਲਾ ਦਿੰਦੇ ਹੋ ਵੀ ਹੁਣ ਆਵਾਜ਼ ਘਟ ਗਈ, ਹੁਣ ਮੇਰੇ ਕੰਨਾਂ ਤੱਕ ਨਹੀਂ ਜਾਏਗੀ। ਬਸ ਜਿਸ ਵੇਲੇ ਇਹ ਬਾਹਰ ਵਿਚਾਰਾਂ ਦੇ ਦਰਵਾਜ਼ੇ ਬੰਦ ਹੋਏ, ਇਹ ਪਰ ਤ੍ਰਿਆ, ਪਰ ਰੂਪ, ਪਰ ਧਨ, ਇਹਨਾਂ ਦੇ ਦਰਵਾਜ਼ੇ ਜਿਸ ਵੇਲੇ ਬੰਦ ਹੋਏ ਨਾ, ਤੇ ਤੈਨੂੰ ਅਨਹਦ, ਅਨਹਦ ਕਹਿੰਦੇ ਨੇ ਜਿਹਦੀ ਕੋਈ ਹੱਦ ਨਹੀਂ ਹੈ, ਇੱਕ ਰਸ, ਇੱਕ ਰਸ ਅਕਾਲ ਪੁਰਖ ਦਾ ਜਿਹੜਾ ਸਿਮਰਨ ਹੋ ਰਿਹਾ, ਜਿਹੜਾ ਇੱਕ ਰਸ ਅਕਾਲ ਪੁਰਖ ਦੀ ਉਸਤਤ ਕੀਰਤਨ ਹੋ ਰਿਹਾ, ਇੱਕ ਰਸ ਸਾਰੇ ਵਾਜੇ ਵੱਜ ਰਹੇ ਨੇ, ਅਨੇਕ ਪ੍ਰਕਾਰ ਦੇ ਸੰਗੀਤ ਵੱਜ ਰਹੇ ਨੇ, ਉਹ ਇੱਕ ਰਸ ਸੰਗੀਤ ਫਿਰ ਸੁਣਨੇ ਸ਼ੁਰੂ ਹੋ ਜਾਣਗੇ, ਉਹ ਅੰਦਰ ਵੱਜਣੇ ਸ਼ੁਰੂ ਹੋ ਜਾਣਗੇ। ਏਦਾਂ ਪ੍ਰਤੀਤ ਹੋਏਗਾ ਕਿ ਉਹ ਕੀਰਤਨ ਕਿਤੇ ਬਾਹਰ ਨਹੀਂ ਹੋ ਰਿਹਾ, ਸਾਡੇ ਸਰੀਰ ਦੇ ਅੰਦਰ ਹੀ ਹੋ ਰਿਹਾ। ਤੋ ਭਗਤ ਜੀ ਕਹਿੰਦੇ ਬਾਜੀਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ। ਕੁੰਭ ਕਹਿੰਦੇ ਨੇ ਘੜਾ,
कमल कहते ने हिरदा, ये हिरदे रूपी घड़ा, ये विचारां रूपी घड़ा काहदे नाल भरिया सी? जल भरिया, विकारां दे जल नाल भरिया होया सी। माफ कर दिओ, जदों आपां 4-5 दिन सिमरन च ना आईए, संगत च ना आईए, ते उदों अपने आप नूं झाती मार के वेखिओ किन्ने आपां बेबल हुन्ने आ। सारा ध्यान या घर वल जा रहा है, या मकान वल जा रहा है, या किसी की उस्तत निंदिया वल जा रहा है, या किसी वल रब दा नां तां चेते ही नहीं आउंदा। वो तां चेते ही सानूं संगत च आके आउंदा। उस तो बिना तो सानू ऐ लगदा पता नहीं किहड़ी भीड़ च गुम गए आपां। ते ओ जिहड़ा जल है विकारां दा, ओहदे नाल इह हिरदा भरिया होया। ये हालत है साडी हालत बयान कर रहे ने, क्योंकि महापुरखां दा इह जुगती हुंदी है। ओ आप दे उत्ते लैके वो अपनी गल करके साडी जिहड़ी है वो प्रगति चाहुंदे ने, साडी जिहड़ी है उन्नति चाहुंदे ने, गल अपने ते लै लैंदे ने। ते वो चाहुंदे ने भी जिहड़ा जग्यासू है, जिहड़ा अकाल पुरख दी गोद च आया, उस दी तरक्की होवे, वो वधे, वो उच्चा होवे। ते वो अपने ते लैके कह रहे ने, कहंदे मेरे अंदर दा जिहड़ा हिरदा रूपी कमल है, वो कुंभ जिहड़ा घड़ा जिहड़ा है विकारां दे जल नाल भरिया है। जल मेटिया उबा करया। देखो पहला जल है जज्जा लला, लले नूं सिहारी, जल नाल भरिया, सिहारी नाल, जल नाल विकारां नाल भरिया। अगे फिर जल है, जज्जा लला जल थले औंकड़ है। जल मेटिया, वो विकार हुण इत्थे नाउन हो गया है, ये जल हुण इत्थे नाउन हो गया। वो विकार मेटते ने, वो खत्म करते ने, वो विकार बाहर कढ़ते ने। भगत जी कहंदे किने कड्ढे ने? सिमरन ने कड्ढे ने। क्योंकि सिमरन इन्ना बलशाली है, ये इन्ना ताकतवर है, इन्हें पंजो जिहड़े ने हथे ने ना, वो काबू कर ले ने, उन्होंने बाहर कढ़ता है। मेटिया, वो जल अंदरों खाली करता, घड़े दा जल खाली करता, उन्होंने बाहर कढ़ता है। उबा करया, ते जिहड़ा कमल रूपी हृदय इनू उच्चा कर लिया, इनू उच्चा कर लिया भी विकार अंदर ना जा सकन। पहले इनू खाली कर लिया, इहदे अंदर सिमरन लियाउंदा, सिमरन लिया के भगत जी कहंदे हुण इनू की कर लिया? उबा करया, हुण इनू मैं गुरु वल मोड़ लिया। उबा करया मतलब इनू उच्चे वल मोड़ लिया कि हुण इहदे च गुरु दी दात पए, इहदे च गुरु दा उपदेश पए। कहो कबीर जन जानिया, इहदे बड़े सोहणे अर्थ ने। कहो कबीर जन जानिया, कबीर जी कहते मैनू इदां प्रतीत हुंदा भी हुण मैनू परमात्मा ने ना अपना करके जान लिया, भी मैनू अपना जन करके। आपां कहने ना परमात्मा जी सानू अपना जन बना लो। हुण कहंदे मैनू ये प्रतीत होण लग गया कि हुण परमात्मा ने मैनू अपना बना के जान लिया, हुण परमात्मा मैनू अपना जानदा। वेखो पिता हमेशा पुत्र नू अपना जानदा, पिता हमेशा पुत्र नू अपना जानदा, पर जिस दिन पुत्र प्यो नू अपना जान के कि कोल जाएगा ना, उन्होंने बुलाएगा, उस दिन उन्होंने प्रतीत ये आएगी भी अज पिता जिहड़ा मेरे वाल ध्यान कर रहा है। ये भुल है, पिता तो हमेशा ही ध्यान करता है, पर वो निगुणे आ रहा, वो खुश हुंदा भी अज पिता जिहड़ा उन्हें मैनू अपना बना लिया है। भगत जी इहदे च अपनी आत्मक प्रसन्नता दस रहे ने कि हुण मेरे अंदर दा आनंद दस रहा है कि परमात्मा ने, उस हरिपुरख राम परमेश्वर ने मैनू अपना जन सेवक बना लिया है। जो जानिया तो मन मानिया, बस कहंदे जदों तो उन्हें मैनू अपना बना लिया ना, उदों तो जिहड़ा मेरा मन, मन आपां गल करांगे विचार, उदों तो मेरा मन जिहड़े ने, मेरे विचार जिहड़े ने ना, वो हुण अकाल पुरख दी होंद नू मनन लग गए ने, उस नू जानन लग गए ने, अर्थात उहदे विच समा गए ने। ਇਹ 10ਵਾਂ शब्द सी राग सोरठ दे विच भगत कबीर जी दा। राग सोरठ च अगला शब्द, भूखे भगत ना कीजै। इस शब्द दे कई संप्रदावां वालों अर्थ होए ने। जिथे अगाध बोध बाणी आ उत्थे साडे जीव दी कोई पहुंच नहीं है, पर जिन्हां ते किरपा उन्हां ने अपने अपनियां साधना नाल उचेरियां अवस्था प्राप्त कीतियां ने। पहला आपां अर्थ करांगे कि प्रसंग सहित है कि भगत कबीर जी की जदों अवस्था काफ़ी उच्ची हो गई, बहुत सारे अकाल पुरख ने कौतक वरताते ते आले दुआले भगत कबीर जी का नाम कबीर कबीर करके वजन लग गया, सब सत्कार करन लग गए। तो फिर उही काम शुरू होया, हर एक की भावना हुई कबीर जी की सेवा करिए। तो कोई लंगर तैयार करके लियाउंदा, कोई भगत जी वास्ते विछौणे लियाउंदा, हर तरह की सेवा करता। एक शाहूकार है,
उसने सेवा मंगी है। कहता भगत जी जे आग्या होए असी राम नाम हरि सिमरन करदियां लंगर तैयार करया करांगे ते तुहाडे वास्ते लिआया करांगे। जे तुसी आग्या दिओ ते छक लिया करोगे, प्रवान करोगे, असी तैयार करके लिआया करांगे। तो शाहूकार नेता प्रति लंगर तैयार करदा भगत जी वास्ते, भगत कबीर जी वास्ते लिआउंदा ते भगत कबीर जी छकदे ने। कुछ ऐसी करनी होगी अकाल पुरख दी भी अज शाहूकार ने लंगर नहीं भेजिया। जदों दिन लंघ गया भगत जी अडोल स्थिति च बैठे ने, क्योंकि भुख तन नूं लगदी है कि मन नूं लगदी है? मन नूं लगदी है, तन नूं कोई भुख नहीं लगदी। तन नूं कोई भुख नहीं लगदी, मन नूं भुख लगदी। ते भगत जी अडोल बैठे ने क्योंकि मन तां जुड़िया होया, उन्होंने कोई भुख ही नहीं है। एक दिन लंघ गया है, 2 दिन लंघ गए ने, 3 दिन लंघ गए ने, 4 लंघ गए ने, 4 रातां पूरियां लंघ गईਆਂ ने, 5वां दिन शुरू हो गया। ते भगत कबीर जी हुण बैठे ने ते अंदर दी बिरती उन्नी नहीं जुड़दी जिन्नी पहलां जुड़ रही सी। पहले दिन जुड़ रही सी, अज उन्नी नहीं जुड़ रही 5वें दिन। ते प्रसंग सहित है कि भगत जी ने फिर अकाल पुरख नूं बेनती कीती कि मैनूं हुण इह भी पता लग गया कि भुखियां भगती नहीं हो सकदी। ये भुख दा इत्थे बड़ा उच्चा अर्थ कीता है तृष्णा। जिस हिरदे च जिस विचारां च तृष्णा है, कोई ना कोई मंग है, कोई भुख है। किसी नूं भुख वडियाइयां दी है, किसी नूं भुख तरक्कियां दी है, किसी नूं भुख वपार वधण दी है, किसी नूं आर्थिक कोई वाधा हो जाए ओहदी भुख है। बड़ियां भुखां ने अंदर। उन्हां भुखां दे विच जदों ओह भुख मिट जाएगी, जद तक ओह भुख है ना अंदर, उदों तक सहज नहीं आउणा, उदों तक आनंद नहीं बनना। क्योंकि देखो ना जी, एक छोटी जी जीवात्मा ते ओहदे विच इन्नियां चीजां नहीं समा सकदियां कि जिते रस शरीर के, आपां बाणी च पढ़ना भी शरीर नूं जिन्ने रस लगे ने ਉਹ ਵੇ ਇੰਨੇ रस बाहर निकलन ਤਾਂ आत्मक रस अंदर जाए। फिर जब तक वो बाहर नहीं जाते तो आत्मक रस किवें अंदर आऊगा। इसे तरह कह रहे ने इत्थे कि ਉਹ ਜਿਹੜਾ भुख है, तृष्णा है, जब तक उद तक भगती नहीं हो सकती। भुख है भगत ना कीजै, जिन्हां दे अंदर भुख है किसी भी संसारिक प्राप्ति दी, किसी भी पदार्थ की भुख है, वो भगती नहीं कर सकता। जे भगती करेगा भी ना तो वह असर कोई नहीं होना, उन्हें सहज कोई नहीं मिलना। वो एक सुकाम क्रिया रह जाएगी, निष्काम क्रिया नहीं बनेगी। तो भगत जी कह रहे ने भूखे। ते एक संप्रदा फरीदकोट वाले टीके ने बहुत वधिया अर्थ किए ने। भूखे, भू कहते ने धरती भूमि, खे कहते ने आकाश खाली जगह, जिन्हों आपां 5 तत्त कहने ना। उन्हां 5 तत्तां चों 2 तत्त ने, एक मिट्टी भूमि ते एक खे खाली स्पेस, खाली जगह, आकाश जिन्हों कहने। ये 2 तत्त हैगे शरीर च। भगत जी कहते इस वेले मेरे 2 तत्त हैगे। एक मेरा शरीर बनया होया मिट्टी तो बनया, दूजा अंदर इहदे अंदर हुण भोजन नहीं पिया, खला पैदा हो गया, खाली हो गया। 2 तत्त वध गए ने, बाकी 3 घट गए ने। जल नहीं, किन्ने दिन हो गए छकिया नहीं जल, जल तत्त घट गया अंदर। रोटी नहीं, भोजन नहीं लिया, अग्नि तत्त घट गया अंदर। तो कहते 3 तत्त घट गए ने, 2 वध गए ने। जदों तक ये अवस्था है भूखे, जदों तक ये अवस्था है कहते उदों तक भगती नहीं हो सकती। आप बड़ा सौखा कह देना जी भुखिया बैठिया भगती नहीं होंदी, ते दास तो यह भी कह सकता अपने तजर्बे तो भी रजिया भी नहीं हो सकती। जे ढिड भर के बह जाओगे तो नींद आ जाएगी, फिर भी नहीं हो सकती। पर इत्थे उस भुख की गल नहीं है, शरीरिक भुख की गल नहीं है। इत्थे गल है जदों तक तू इस मिट्टी के शरीर वाल ध्यान कर रहे हैं, ते जदों अंदर तेरे खालीपन है, गुण नहीं हजे आए, समाई नहीं है, वो जिहड़ी तेरी अवस्था उन्होंने भूखे कहते ने। भगत ना कीजै भगत, भब्बा पै गग्गा ज्ञान, तत्ता त्याग, तत्ते नूं सिहारी त्याग। भगत इन्हां तिन्नां दा सुमेल जे। मान लो किसी नूं साहिब गुरु तेग बहादुर साहब नाल बड़ा प्रेम है, ते उसनूं गुरु तेग बहादुर साहब दा भै भी होएगा भी महाराज मेरे नाल ने, मैनूं वेख रहे ने। उन्होंने ज्ञान होएगा कि साहिब गुरु तेग बहादुर साहब किन्नियां अमोलक दातां दे दाते ने। उन्हां दी गमता कित्थे कित्थे तक है, वो कित्थे कित्थे तक जानते ने, वो जानते ने असीं की कर रहे हैं। उन्हां दी अंतरजामता उसनूं ज्ञान होएगा। फिर इन्हां दोनां दे हुंदियां जदों वो गुरु वास्ते त्याग करेगा, कोई संसारिक पदार्थ त्याग करेगा, रजाइयां त्याग दे, घर त्याग दे,
ਉੱਠ ਕੇ ਤੁਰ ਪਏ ਵੀ मैं गुरु तेग बहादुर साहब ਨੂੰ ਮਿਲਣ ਜਾਣਾ ਹੈ, ਗੁਰ ਦੇਖ ਦੁੱਖ ਨਿਵਾਰਨ ਜਾਣਾ, ਮੱਥਾ ਟੇਕਣ ਜਾਣਾ, ਤਿਆਗ ਕਰਤਾ ਘਰ ਦਾ, ਰਜਾਈਆਂ ਛੱਡਤੀਆਂ ਨੇ। ਇਹ ਤਿੰਨ ਇਕੱਠੀਆਂ ਹੋ ਜਾਣਗੀਆਂ ਨਾ ਤਾਂ ਫਿਰ ਉਹਨੂੰ ਕਹੇਗਾ ਉਹ ਇਹ ਭਗਤ ਹੋ ਗਿਆ। ਤੇ ਜਦੋਂ ਨਿਤਾ ਪ੍ਰਤੀ ਇਹ ਕਰਮ ਹੋ ਜਾਏਗਾ ਨਾ ਫਿਰ ਲੋਕ ਪੱਕਾ ਕਹਿਣ ਲੱਗ ਜਾਣਗੇ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਭਗਤ ਹੋ ਗਿਆ। ਤੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਅਵਸਥਾ ਇਸੇ ਤਰ੍ਹਾਂ ਦੀ ਬਿਆਨ ਕੀਤੀ ਵੀ ਉਹ ਭਗਤ ਹੋ ਗਏ ਨੇ, ਉਹਨਾਂ ਅੰਦਰ ਗੁਰੂ ਦਾ ਭੈ ਵੀ ਹੈ, ਗੁਰੂ ਦਾ ਗਿਆਨ ਵੀ ਹੈ ਤੇ ਗੁਰੂ ਵਾਸਤੇ ਤਿਆਗ ਵੀ ਹੈ। ਭੂਖੇ ਭਗਤ ਨਾ ਕੀਜੈ, ਦੇਖੋ ਹੁਣ ਜੁੜ ਜਾਏਗਾ। ਜਿੰਨਾ ਚਿਰ ਅੰਦਰ ਮਨ ਦੇ ਵਿੱਚ ਭੁੱਖ ਹੈ, ਖਾਲੀਪਨ ਹੈ, ਗੁਣ ਨਹੀਂ ਹੈ, ਅਵਗੁਣ ਨੇ, ਉਹਨਾਂ ਚਿਰ ਇਹ ਤਿੰਨੋਂ ਚੀਜ਼ਾਂ ਨਹੀਂ ਆ ਸਕਦੀਆਂ। ਨਾ ਗੁਰੂ ਦਾ ਗਿਆਨ ਆਏਗਾ, ਨਾ ਗੁਰੂ ਵਾਸਤੇ ਤਿਆਗ ਦੀ ਅਵਸਥਾ ਆਏਗੀ ਤੇ ਨਾ ਹੀ ਗੁਰੂ ਦਾ ਭੈ ਆਏਗਾ। ਭੁਖੈ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਇਹ ਮਾਲਾ, ਮਾਲਾ ਦੇ ਤਿੰਨ ਅਰਥ ਕੀਤੇ ਨੇ। ਪਹਿਲਾ ਅਰਥ ਹੈ ਆ ਜਿਹੜੀ ਹੱਥ ਸਿਮਰਨੀ ਫੜੀ ਹੋਈ। ਪ੍ਰਸੰਗ ਦੇ ਵਿੱਚ ਤਾਂ ਇਹ ਹੈ ਕਿ ਭਗਤ ਜੀ ਹੁਣ 5 ਦਿਨ ਤੋਂ ਅੱਜ ਮਾਲਾ ਜਪ ਰਹੇ ਨੇ ਤੇ ਜਦੋਂ ਅੰਦਰ ਭੁੱਖ ਨੇ ਸਤਾਇਆ ਤੇ ਕਹਿੰਦੇ ਨੇ ਵੀ ਆ ਲੈ ਪ੍ਰਮਾਤਮਾ ਆਪਣੀ ਮਾਲਾ ਫੜ, ਹੁਣ ਮੇਰੇ ਤੋਂ ਹੋਰ ਭਗਤੀ ਨਹੀਂ ਹੁੰਦੀ, ਮੈਂ ਮਾਲਾ ਫੇਰਦਾ ਹਾਂ ਪਰ ਮਾਲਾ ਫੇਰਨ 'ਚ ਮਨ ਨਹੀਂ ਲੱਗ ਰਿਹਾ। ਅਸੀਂ ਵੀ ਪਾਠ ਕਰਦੇ ਹਾਂ, ਨਿਤ ਨੇਮ ਕਰਦੇ ਹਾਂ, ਪਰ ਕਦੀ ਕਦੀ ਮਹਿਸੂਸ ਹੁੰਦਾ ਕਿ ਮਨ ਨਹੀਂ ਲੱਗ ਰਿਹਾ, ਮਨ ਨਹੀਂ ਲੱਗ ਰਿਹਾ। ਇਹ ਉਸ ਅਵਸਥਾ ਦੀ ਗੱਲ ਹੈ। ਇਹ ਨਹੀਂ ਹੈ ਕਿ ਭਗਤ ਜੀ ਨੇ ਮਾਲਾ ਵਗਾ ਕੇ ਮਾਰੀ ਹੈ। ਮੇਰੇ ਕੋਲ ਜੋ ਅਵਸਥਾ ਹੈ ਭਗਤ ਜੀ ਨੂੰ ਤਾਂ ਮਾਲਾ ਦੀ ਵੀ ਲੋੜ ਨਹੀਂ ਹੈ, ਪਰ ਇੱਥੇ ਬਹੁਤ ਡੂੰਘੇ ਅਰਥ ਨੇ। ਭਗਤਾਂ ਦੀ ਬਾਣੀ ਦੇ ਬਹੁਤ ਡੂੰਘੇ ਅਰਥ ਨੇ। ਮਾਂ ਮਾਇਆ, ਲਾ ਲੱਗੀ ਹੋਈ। ਕਹਿੰਦੇ ਆ ਜਿਹੜੀ ਮੈਨੂੰ ਲੱਗੀ ਹੋਈ ਮਾਇਆ ਪਰਮਾਤਮਾ, ਭਗਤ ਜੀ ਇਹ ਕਹਿ ਰਹੇ ਨੇ ਇਹ ਜਿਹੜੀ ਲੱਗੀ ਹੋਈ ਮਾਲਾ ਇਹ ਲੈ ਲੈ ਆਪਣੀ ਵਾਪਸ, ਇਹ ਨਹੀਂ ਚਾਹੀਦੀ। ਸਿਰਫ ਤੇਰਾ ਪ੍ਰੇਮ, ਤੇਰਾ ਸਿਮਰਨ ਚਾਹੀਦਾ ਬਸ। ਕਿਉਂਕਿ ਹੁਣ ਮੈਨੂੰ ਗਿਆਨ ਹੋ ਗਿਆ, ਹੁਣ ਮੈਨੂੰ ਰਸ ਆਉਣ ਲੱਗ ਗਿਆ, ਮੈਨੂੰ ਸਹਿਜ ਮਿਲ ਗਿਆ ਹੈ, ਹੁਣ ਮੈਨੂੰ ਤੇਰੀ ਮਾਇਆ ਦੀ ਲੋੜ ਨਹੀਂ। ਇਹ ਮਾਇਆ ਲੱਗੀ ਹੋਈ ਮਾਇਆ, ਐ ਬੜੇ ਸੰਪਰਦਾਇਕ ਅਰਥ ਨੇ। ਮਾਇਆ ਲੱਗੀ ਹੋਈ ਮਾਇਆ ਇਹ ਵਾਪਸ ਲੈ ਲੈ ਪਰਮਾਤਮਾ, ਇਹ ਨਹੀਂ ਚਾਹੀਦੀ। ਹਉ ਮੰਗੋ ਸੰਤਨ ਰੇ ਨਾ, ਹਉ ਮੈਂ ਮੰਗਦਾ ਹਾਂ ਸੰਤਾਂ ਦੀ ਚਰਨ ਧੂੜ, ਸੰਤਾਂ ਦੀ ਰੇਣ। ਸੰਤਾਂ ਦੀ ਰੇਣ ਅਰਥਾਤ ਸੰਤ ਬਹੁਤ ਉੱਚੇ ਨੇ, ਉਹਨਾਂ ਦੀਆਂ ਅਵਸਥਾ ਬਹੁਤ ਉੱਚੀਆਂ ਨੇ, ਉਹਨਾਂ ਦੇ ਪ੍ਰਲਬਧ ਬਹੁਤ ਉੱਚੇ ਨੇ ਤੇ ਮੈਂ ਬਹੁਤ ਨੀਵਾਂ। ਰੇਣ ਮਤਲਬ ਧੂੜ, ਮੈਂ ਬਹੁਤ ਉਹਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ। ਨਿਮਰਤਾ ਭਾਵ, ਇੱਥੇ ਨਿਮਰਤਾ ਭਾਵ ਮੰਗ ਰਹੇ ਨੇ ਕਿ ਮੈਨੂੰ ਅੰਦਰ ਦੀ ਨਿਮਰਤਾ ਦਿਓ ਪਰਮਾਤਮਾ, ਮੈਂ ਰੇਣ ਬਣਾ। ਮੈਂ ਮੰਗਦਾ ਸੰਤਾਂ ਦੀ ਰੇਣ, ਤੇਰੇ ਉਹ ਮਹਾਂਪੁਰਸ਼ ਜਿਹੜੇ ਤੇਰੇ 'ਚ ਰਮੇ ਹੋਏ ਨੇ, ਜਿਹੜੇ ਤੇਰੇ ਨਾਲ ਇੱਕ ਸਰੂਪ ਹੋ ਗਏ ਨੇ, ਉਹਨਾਂ ਦੀ ਮੈਂ ਚਰਨ ਧੂੜ ਮੰਗਦਾ। ਤੇ ਡੂੰਘੇ ਅਰਥਾਂ 'ਚ ਜਾਵਾਂਗੇ। ਹਉ ਮਤਲਬ ਹੰਕਾਰ, ਮਾਂ ਮਤਲਬ ਮੇਰਾ, ਗौ ਮਤਲਬ ਖਤਮ ਕਰ ਦਿਓ, ਸੰਤਨ ਰੇਨਾ ਮੈਨੂੰ ਸੰਤਾਂ ਦੀ ਧੂੜੀ ਦਿਓ ਤੇ ਮੇਰੇ ਅੰਦਰ ਦਾ ਹੰਕਾਰ ਖਤਮ ਕਰ ਦਿਓ। ਮੈਂ ਨਾ ਹੀ ਕਿਸੀ ਕਾ ਦੇਨਾ, ਜੇ ਸੰਸਾਰਿਕ ਭਾਸ਼ਾ ਦੇ ਅਰਥ ਕਰਾਂਗੇ ਨਾ ਤੇ ਇਹ ਬਣੇਗਾ ਕਿ ਮੈਂ ਪਰਮਾਤਮਾ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ, ਬਸ ਮੈਨੂੰ ਤੇਰੇ ਨਾਲ ਪ੍ਰੇਮ ਹੋ ਗਿਆ, ਮੈਨੂੰ ਤੇਰਾ ਨਾਮ ਜਪਣਾ ਚੰਗਾ ਲੱਗਦਾ, ਮੈਂ ਕਿਸੇ ਤੋਂ ਕੀ ਲੈਣਾ ਦੇਣਾ। ਪਰ ਨਹੀਂ, ਬਹੁਤ ਡੂੰਘੇ ਅਰਥ ਨੇ। ਮੈਂ ਨਾ ਹੀ ਕਿਸੇ ਕਾ ਦੇਣਾ। ਜਦੋਂ ਵੀ ਕੋਈ ਸਰੀਰ ਜਨਮ ਲੈਂਦਾ ਹੈ, 3 ਰਿਣ ਇਹਦੇ ਉੱਤੇ ਉਸੇ ਵੇਲੇ ਹੀ ਬਣ ਜਾਂਦੇ ਨੇ। ਰਿਣ ਕਹਿੰਦੇ ਨੇ ਕਰਜ਼ਾ। 3 ਕਰਜ਼ੇ ਇਹਦੇ ਤੇ ਉਸੇ ਵੇਲੇ ਬਣ ਜਾਂਦੇ ਨੇ। ਪਹਿਲਾ ਇਹਦੇ ਤੇ ਬਣਦਾ ਹੈ ਦੇਵ ਰਿਣ, ਦੇਵਤਿਆਂ ਦਾ ਰਿਣ। ਦੂਜਾ ਇਹਦੇ ਤੇ ਬਣਦਾ ਪਿਤਰੀ ਰਿਣ, ਪੂਰਵਜਾਂ ਦਾ, ਪਿਤਰਾਂ ਦਾ, ਮਾਤਾ ਪਿਤਾ ਦਾ ਰਿਣ। ਤੀਜਾ ਇਹ ਤੇ ਬਣਦਾ ਗੁਰੂ ਰਿਣ, ਜਿਸ ਨੇ ਇਸ ਪਰਮਾਤਮਾ ਨੇ ਇਸ ਸਰੀਰ ਲਿਆ ਕੇ ਤੇ ਇਸ ਜਗਤ ਦੇ ਵਿੱਚ ਗਿਆਨ ਪਦਾਰਥ ਦਿੱਤਾ, ਉਹ ਗੁਰੂ। 3 ਰਿਣ ਮਨੁੱਖ ਮਾਤਰ ਦੇ ਉੱਪਰ ਹਰ ਵੇਲੇ ਖੜੇ ਨੇ। ਜਿਹੜਾ ਵੀ ਮਨੁੱਖ ਜਨਮ ਲੈਂਦਾ ਨਾ, 3 ਰਿਣ ਖੜੇ ਨੇ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਹਿਲੇ ਬਚਨ ਉਹਨਾਂ ਨੇ ਕਹੇ ਨੇ, ਗੁਰ ਨਾਮ ਦਿਓ ਰਿਣ ਲੱਥ। ਮੈਨੂੰ ਗੁਰੂ ਐਸਾ ਨਾਮ ਦਿੱਤਾ ਹੈ, ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੈ, ਮੇਰੇ ਸਾਰੇ ਰਿਣ ਹੀ ਖਤਮ ਹੋ ਗਏ ਨੇ, ਮੇਰੇ ਉੱਤੇ ਹੁਣ ਕੋਈ ਕਰਜ਼ਾ ਹੀ ਨਹੀਂ ਰਿਹਾ। ਗੁਰੂ ਨਾਮ ਦਿਓ ਰਿਣ ਲਾਥਾ, ਮੇਰੇ ਸਾਰੇ ਰਿਣ ਉਤਰ ਗਏ ਨੇ। ਇਹ 3 ਦੇਣਦਾਰੀਆਂ ਖੜੀਆਂ ਨੇ ਹਰ ਇੱਕ ਦੇ ਉੱਤੇ।
थोड़ा जिहा विचार करिए। देव ऋण, अन्न देवता, पानी देवता, बैसंतर देवता, ये जिन्ने पंज तत्त ने ना सारे देवते ने। जे पंज तत्त अपना थोड़ा थोड़ा हिस्सा ना देंदे, जे ये सारे देवते अपना थोड़ा थोड़ा हिस्सा ना देंदे, ये शरीर ने तो बन ही नहीं सी सकना। ते उन्होंने अपना हिस्सा देता है पंजा ने, साडे तो लिया तो कुछ नहीं, साडे तो कोई मुल नहीं लिया, कोई सेवा साधना नहीं लई, ते सानू देते ने। हुण शरीर असीं उन्हां तो लै लिया, हिस्सा लै लिया, बन के शरीर बना लिया, देणदारी खड़ी होगी ना। गुरु प्यारिओ, जल उन्ना वरतना जिन्नी लोड़ है, नहीं तो देना देना पएगा। मिट्टी उन्नी लोड़ है जिन्नी वरतना। अन्न, मिट्टी अन्न, अन्न करके मिट्टी जांदी साडे अंदर। मिट्टी तत्त किवें जांदा? अन्न करके जांदा। अन्न उन्ना ही लैना है, उन्ना ही छकना जिन्नी लोड़ है, नहीं तो ਇਹਦਾ देना देना पेगा। ऋण खड़ा हो जाएगा, ऋण पहले ही खड़े है, होर वध जाएगा। ते मैं माफ कर दिया, एक बचन जरूरी करना। सिख होवे गुरु तेग बहादुर दा, सिख होवे साहब दसम पातशाह दा, वो कदी थाली च झूठ नहीं छड्डेगा। ये याद रखियो, ये बचन किहड़े पैणे ने। दास जदों विचरदा ते मेरे नाल कोई मुस्लिम वीर भी नाल ने, क्यों मलेरकोटले वाल ड्यूटी है, ਉਹ ਕਹਿੰਦੇ ਜਿਹੜਾ ਸਾਡੇ ਧਰਮ ਦੇ ਵਿੱਚ ਝੂਠ ਛੱਡ ਦਿੰਦਾ ਹੈ, ਮਾਫ ਸੁਣਿਓ ਧਿਆਨ ਨਾਲ ਗੱਲ, ਜਿਹੜਾ ਅੱਜ ਆਇਆ ਬੈਠੇ ਲੰਗਰ ਚ ਛਕਣ ਲੱਗਿਆ ਕੁਛ, ਝੂਠ ਛੱਡਦਾ ਹੈ, ਕਹਿੰਦੇ ਅਗਲੇ ਦਿਨ ਅਸੀਂ ਉਹਨੂੰ ਨਮਾਜ਼ ਚ ਨਹੀਂ ਆਉਣ ਦਿੰਦੇ, ਨਮਾਜ਼ ਨਹੀਂ ਪੜਨ ਦਿੰਦੇ। ਕਿੱਡਾ ਵੱਡਾ ਪੈਰਾ, ਕਿੱਡਾ ਵੱਡਾ ਪੈਰਾ ਵੀ ਇੰਨਾ ਰੱਤੀ ਭਰ ਵੀ ਝੂਠ ਛੱਡਣਾ ਨਹੀਂ, ਨਹੀਂ ਤੇ ਅਗਲੇ ਦਿਨ ਦੀ ਨਮਾਜ਼ ਨਹੀਂ ਤੈਨੂੰ ਕਰਨ ਦੇਣੀ, अगले दिन भक्ति अर्चना नहीं करने देनी। ते गुरु के प्यारे हो, गुरु का सिख तो बड़ा सावधान है, रोज पढ़दा है पावन गुरु पानी पिता माता धरत महत। माता केड़ी है? अन्न। पावन गुरु, पवन तेरा पानी जेड़ा है वो पिता, ते पिता झूठ छड्या जल इन्ना लिया है अद्धा पीता बाकी डोलता शैंक दे विच। याद रखियो फरीद जी कह रहे ने, फरीदा कंदी वैण ना ढा तू भी लेखा देवना, तैनू भी लेखा देना पैना है, ते सानू तो देना ही पैना है। इस करके गुरु के प्यारे हो, जेड़े गुरु दे सिख ने वो गुरु दे भै दे विच किवें विचरदे ने, इसे तरह विचरदे ने। वो गुरु नूं अंग संग जानदे ने भी जे किते माड़ा जा झूठ रह गया ते कल नूं साहब ने मेरे वाल मूंह नहीं करना, कल नूं मेरी जिहड़ी फतेह है ना वो पता नहीं प्रवान होनी कि नहीं होनी। जदों मैं बोलांगा वाहिगुरू जी का खालसा, पता नहीं गुरु साहब अगों जवाब देणगे कि नहीं देणगे, प्रवान करनगे कि नहीं करनगे, क्योंकि गुरु साहब नूं की रहत प्यारी मुझको, साडी रहणी गुरु साहब नूं प्यारी है। भी तू किदां दा कल दा जीवन बतीत कीता सी, तैनूं अन्न दित्ता सी ते तू प्लेटां भरियां ने, अद्धा खाया ते अद्धा गेरता। इस करके गुरु प्यारिओ रहो विचार। वो कहंदे ने मैनूं नीवा कर दिओ, मैं किसी दा देना ना देना होए। दूजा ऋण किहड़ा है? पहला ये पंजां तत्तां दा ऋण है, दूजा पितरां दा ऋण है जिन्हां ने इस आत्मा नूं संस्कार दित्ते ने, आत्मा नूं घड़िया है। सिमरन कर करके किसी ने गुरमुख संस्कार दिते ने, किसी ने सेवा कर करके सेवा संस्कार दिते ने, दादियां पड़दादियां ने सेवा कीती है वो संस्कार दिते ने, उन्हां दा ऋण देना बनदा है। वो ऋण किवें उतरेगा? नाम जपे ते उतरेगा। बाणी सानू समझा रही है, महापुरख रोज कथा दे विच दसदे ने पितरी ऋण किवें उतरेगा। तुसी नाम जपोगे 10वां हिस्सा तुहाडे पितरां तक पहुंच जाएगा, आप दे आप पहुंच जाएगा। ते गुरु के सवारे दूजा ऋण उतारना है पितरां दा जिन्हां ने संस्कार दिते ने। तीजा ऋण खड़ा है गुरु दा जिसने सानू ये ज्ञान दिता है। जे ज्ञान ही ना मिलता कि साडे ते ऋण किहड़े किहड़े खड़े ने, मान लो मैनू पता ही ना होए कि फलाणे बैंक दे फलाणे अकाउंट च मेरे ते कर्जा चढ़ी जांदा ते मेरे ते दा कोई कसूर नहीं, मैनू तो पता ही नहीं भी वो कर्जा चढ़ी जांदा। जिस दिन पता लगेगा तो मैनू हत्थां पैरां दी पै जाएगी। धन वो गुरु ने, साहिब गुरु ग्रंथ साहिब धन ने, ये बाणी धन है जिन्हां ने सानू ये ज्ञान दिता है कि तेरे ते 3 ऋण खड़े ने, तू देनदार है, देना है। पर भगत कबीर जी कहंदे ने मैं भगती कर लई है, मैं प्रेम कर लिया है, मैं सहज प्राप्त कर लिया है, मैं निष्काम सिमरन कर लिया, हुण मैं किसी दा कुछ नहीं देना, मैं नाही किसी का देना। भगतां दी अवस्था बयान कर रहे ने कि उन्हां दे किसे नाल देनदारी नहीं। माधो कैसी बने तुम संगे, माधो हे धरती दे रखवाले, हे इस धरती नूं पालण वाले, सारे ब्रह्मंडां अखंडां नूं पालण वाले, कैसी बने
तेरे नाल किवें बने तुम संगे, तेरे तो शर्म करके संग करके किवें बनेगा। जेड़ा गुरु तो संग ही करी जाए, जेड़ा महापुरख तो संग ही करी जाए, खुल के अपने विकार अवगुण ना दसे, डॉक्टर नूं अपनी बीमारी ना दसे, उहदा इलाज किवें होएगा? हो ही नहीं सकदा। भगत जी कहते मेरे तेरे दे विच हुण शर्म नहीं रही, कोई पड़दा नहीं रहा, कोई संग नहीं रही। राम कबीरा एक भए हैं। हुण तां इदां दा महसूस होण लग गया भगत जी नूं कि तुहाडे ते मेरे च कोई अंतर ही कोई नहीं, आपां इक्को जिहे हो गए हां, इक्को जिहे हां, हुण कोई शर्म नहीं। तुम संगे माधो कैसी बने तुम संगे। माफ कर दिओ, जिस दिन गुरु तेग बहादुर साहब जी दे कोल जाके अरदास करनी होए भी महाराज जी आ मैनू संसारिक कारज है मेरा पूरा कर दिओ, उस दिन तो सानू कोई कपड़ियां दी संग नहीं आउंदी, किदां दे पाए ने किदां दे नहीं पाए, कोई संग नहीं आउंदी। ते जिस दिन कोई कह दे भी अज निष्काम रूप च भाई कीर्तन होना है, अद्धा घंटा उत्थे कोई नाम सिमरन होना, ते साडा सब तो पहला ध्यान अपने कपड़ियां वल चल जाएगा भी अज कपड़े सोने वधिया पा के जाइए, या मेरे कोल तां सूट ही कोई नहीं है। बीबियां कहंदियां बारी भरी हुंदी, बाहर जाण वेले यही कहंदियां साडे कोल तां है ही नहीं। उस दिन ध्यान इत्थे ही चला जांदा है कि साडे कोल कुछ भी नहीं है। उस दिन संग आउण लग जांदी अपने गुरु तो। पर भगत जी कहंदे ने मेरी तेरी दिया लेना देना ही खत्म हो गया, मेरा अंतर तेरे नाल भेद ही खत्म हो गया, इस करके मैनू हुण तेरे तो कोई संग नहीं। तू मेरे अंतर दी जानदा है, मेरे औगणा नू तू जानदा है, तैनू पता है ये आलसी है, ये नाम नहीं जपदा है, ये सिर्फ अपने संसारिक कारजां वास्ते मेरे कोल आउंदा। तुहानू सब पता है गुरु साहब जी, अकाल पुरख जी तुसी अंतरजामी हो, ते हुण तुहाडे तो शर्म मैं की करां जद तुहानू पता ही सारा कुछ है, तुहानू सब कुछ ज्ञान है। आप ना दे हो ता ले वो मंगे। हुण ऐसी अवस्था बन गई है भी जे तुसी मैनू गुण नहीं दोगे ना अपने, ते मैं ढीठ होके चरनां च डिग डिग के अरदासां कर करके मंगांगा। इस करके दोस्ती च ही दे दिओ, इस करके दोस्ती च ही दे दिओ। मैं जे नहीं दोगे ना, जे आपां प्रकरण याद करिए माता सुलखणी जी दा, मीरी पीरी दे मालक दल पंजन गुरसूरमा बड जोधा बो परोपकारी, सब घोड़े ते सवार हो के आए। माता जी ने अगों वाग फड़ लई ते वाग फड़ के कहा गुरु साहब जी मेरी झोली भर दिओ, औलाद नहीं है, औलाद नहीं, ध्यान रखियो जरा इस प्रकरण च बड़ी कीमती अवस्था, एक औलाद नहीं है। गुरु साहब ने नेत्र बंद कीते ने ते अखां खोलियां ने ते बचन कीता बीबी तेरे तां लेख च ही नहीं लिखिया होया, औलाद लिखी नहीं हुई। ते माता जी ने हाथ जोड़ के की कहा सी, आ एक बचन ही प्रेम दा, एक निमरता दा बचन ही साडी सारी जुगती बदल सकदा, साडी सारियां अवस्था बदल सकदा, साडे सारे अवगुण खत्म कर सकदा। जो नहीं भी लिखिया वो भी लिखा जा सकदा, पर समय सिर एक बचन हो जाए, समा भी होए ते बचन भी एक हो जाए कि उत्थे भी लिखण वाले तुसी सी, इत्थे भी लिखण वाले तुसी हो। जे उत्थे नहीं लिखिया तो हुण लिख दिओ, जे हुण लिख दिओ। यही अवस्था कह रहे ने महादेव कैसी बने तुम संगे, आप न देवो। जे आप नहीं दिता है तां लेवो मंगे, मैं मंग रहा हुण दे दिओ, हुण दे दिओ, मैं मंग के लै लवांगा। भरोसा मैनू तुहाडे ते, मंगिया उसे तो ही जा सकदा जिहदे ते भरोसा हो। साडे आंढ गुआंढ च 10 होण ना घर 20 दोस्त होण ते मंगिया टेलीफोन उसे नूं ही करांगे जिहदे तो पक्का पता भी इहने ना नहीं करनी, इहने दे देना है। यही भगत जी कह रहे ने मैनू तेरे ते भरोसा हो गया। ये भरोसे की अवस्था दस रहे ने। माधो कैसी बने तुम संगे, हुण कादी शर्म रह गई है, आप ना देवो, जे तुसी नहीं देओगे ना तो लेवो मंगे, मैं मंग के लै लवांगा। रहाओ, ये सानू रहाओ दी तुक च महाराज ने मंगना सिखाया, भगत जी ने मंगना सिखाया कि महाराज जी ये नहीं कहना मेरे को नहीं है, मैनू दिता नहीं, ये नहीं कहना। कहना यह है भी तुसी नहीं दोगे तो कौन देगा। महाराज मैं चल के तुहाडे द्वारे ते आया ते मैनू पक्का भरोसा है, माफ कर दिओ, जिहदा विश्वास पक्का ओदी झोली भरन नूं 1 सेकंड तो वध नहीं लगदा, 1 सेकंड तो वध, जिहदा विश्वास पक्का, जिहड़ा पक्के विश्वास नाल गया भी मैं नौवें पातशाह दे कोल खड़ा हो गया जाके
बिना नौवें पातशाह तो मैनू देना किसी ने नहीं। मैं अकाल पुरख के अगे हाथ जोड़ के खड़ा, मैनू दे ही देना। जिन्हों एक घरों भरोसा पक्का, मैं खाली आना ही नहीं, वो खाली आएगा ही नहीं, वो भर के ही आएगा। दोए सिर मांगो चूना, दोए जे पहला संसारिक अर्थ करांगे, दो सिर मांगो चूना। दो सेर किलो, सवा किलो नूं सेर कहने भी मैनू आटा चाहिए, चूना आटा मंगदा मैं तेरे तो, शरीर की भुख है, बड़े दिन हो गए प्रशादा नहीं छकिया, मैनू 2 टाइम का आटा चाहिए, 2 सेर आटा चाहिए चूना। पर भगत जी ये नहीं मंग रहे, ये तो तुहाडी मेरे दियां मंगां ने। भगत जी मंग रहे ने दोए दो, ए लोक परला लोक दोनों। शेर जिहड़ा बड़ा प्रबल है, मांगो ये जिहड़े साडे पाप दे विकार ने ना, विषय विकार जिहड़े अंदर आ गए सी, चोरी चोरी अंदर आ गए सी, इन्हां दे 2 रूप ने, रकार ते मकार। भगत जी कहते ने दोनों रकार ते मकार रूपां नूं, मेरे विषय दे दोनों रूपां नूं चूरन वर्गा कर दिओ, चूने वर्गा करके ते बाहर कढ दिओ। मांगो खत्म कर दिओ, मेरे अंदरों इन्हां नूं खत्म ही कर दिओ, बरीक कर दिओ इन्हां नूं, मकार वकार विषय विकार इन्हां नूं खत्म करके चूने वर्गा बना के ते मेरे अंदरों हमेशा लई इन्हां नूं कढ दिओ। एक चूना मात्र भी, एक किणका मात्र भी विकार अंदर ना रह जाण, ये मंगदे ने। दोए शेर मांगो चूना, शेर कहते ने प्रबल, दोए मतलब 2 भावना, दुई भावना, द्वैत भावना। द्वैत भावना मेरे जेड़े अंदर है, मां मेरे, गौ मतलब खत्म कर दिओ, मेरे अंदरों खत्म कर दिओ, चूना करके बिल्कुल किणका किणका करके खत्म कर दिओ। एक किणका जिन्ना भी द्वैत भावना अंदर ना रहे, सिर्फ एक नाल प्रेम हो जाए, एक दी उपासना, एक दा सिमरन, एक दी याद, एक नूं मिलना, यही सिख दा सब तो वड्डा सिद्धांत है। सिक्खी दा सिद्धांत ही यही, एक ओंकार, बस एक दी गल करनी, 2 दी नहीं करनी। भगत जी भी यही कह रहे ने, 2 भावना खत्म कर दिओ। पाओ घिओ संग लूना, पाइया जिन्ना घिओ ते संग लूना, लूण भी चाहिए थोड़ा जिहा, क्योंकि लूण नूं ना रस कहा जे, ये रस प्रसाद है, लूण नूं रस प्रसाद कहा। जद तक किसी भी चीज च लूण नहीं पेगा, उस रस नहीं आएगा, उस स्वाद नहीं आऊगा। ते लूण भी जरूरी चाहिए, कहते जिथे तुसी आटा दोगे भुख वास्ते, उत्थे लूण भी चाहिए ते घिओ भी चाहिए। पर आंतरिक अर्थ ये ने, पाओ पाओ तेरे पैरां दा घिओ, थिंदियाई प्रेम, मैनू तेरे चरना दा प्रेम, संग लूना, बस मैं ओ तेरे चरना दे प्रेम दे विच नाल चिपक जावां, लूझ जावां, जुड़ जावां, लूना हो जावां, नाल लग जावां। मैनू तेरे चरना दा इन्ना प्रेम दे दे कि मेरे विचार, मेरा मन हमेशा तेरे सिमरन राही तेरे चरना नाल लग्या रहे। अध सेर मांगो दाले, अद्धा सेर अज दा पौना किलो मांगो दाले, दाल चाहिए है, क्योंकि जे प्रशादे बनाए ने, आटा मिलया है, घ्यो भी मिल गया, दिखावांगे कि दाल सब्जी वास्ते दाल चाहिए है। पर आंतरिक अर्थ इहदे ने अध, अध कहते ने आदियां उपाधियां ब्यादियां, ये तीनों ताप ने और तीनों बड़े प्रबल ने। भगत जी कहते मैं शेर मतलब प्रबल, बड़े शक्तिशाली ने, आदियां ब्यादियां उपाधियां बड़ियां शक्तिशाली ने। भगती नूं भगती तो हटाउण वास्ते तीनों ही बड़ियां प्रबल ने, इन्हां चों कोई भी भगत दे नेड़े आ जाए भगत भगती नहीं कर सकदा। ते भगत जी की मंग रहे ने, आदियां ब्यादियां उपाधियां मेरे अंदरों प्रबल ने, मांगो मैं मंगदा हां दाले, इन्हां नूं गाल दिओ, इन्हूं दिला दिओ, इन्हां नूं अंदरों खत्म कर दिओ। अर्थात मेरे अंदरों रोग सोग आदियां उपाधियां ब्यादियां खत्म कर दिओ। मोको दो नौ वक्त जी वाले, बस कहंदे आ जिहड़ियां मैं चीजां मंगियां ने, आटा मंगया है, घ्यो मंगया है, लूण मंगया है, दाल मंगिया, इहदे नाल मेरा दोनों वक्त दी, 2 वक्त दी, असीं तां 3 वक्त रोटी खाने तां भी ढिड नहीं भरदा।
धन ने भगत जी जेड़े कहंदे 2 वक्त नाल ही काम चल जाना, बस मेरा 2 वक्त दोनों वक्त। ते जिन्हां जे आपां अपने पिता ते निगाह मारीए, साहिब श्री गुरु कलगीधर स्वामी दिन दे विच सिर्फ इक्को वारी भोजन करया करदे सी, ओ भी माता साहिब जी कोल जाके माता जी उडीकदे सी तैयार करके भोजन। सारी रात दिन सिमरन करना मूल मंत्र दा, माता जी ने भोजन बना के बैठे रहना। कदों साहिब जी तख्त श्री हजूर साहब तो कथा समाप्त करनगे, घोड़े ते सवार होके आउणगे, फिर लंगर छकणगे। साहिब पिता साडे एक टाइम लंगर छकिया करदे ने, ते उन्हां दे जिहड़े भगत ने वो कहंदे दोनों वक्त नाल चल जू। असीं 3 वक्त वाले हां, इहदा मतलब ना असीं भगत हां ते ना असीं गुरु दे पुत्तर। ਇਹ नहीं मैं कहना कि भोजन छड्ड देना, सिर्फ ये बचन ने कि जो साडे पिता दे सिद्धांत ने ना, जे भगती करनी है तो सिद्धांत भी उदां दे ही बनाने पैणगे। तुसीं वेख लो, दास दे घर एक महापुरख आए, उन्हां नाल एक नाल उन्हां दा गड़वेई सी, ते जदों सारिआं नूं लंगर छका रहे सी ना, तो वो गड़वेई लंगर छका रहा सी। बड़ा प्यारा नौजवान, उम्र होएगी 20-22 साल दी। ते जदों उन्हें सारिआं नूं लंगर छका लिया, ते दास ने बेनती की भी महापुरखो इन्हां ने नहीं लंगर छकिया। ते उन्हां दे सहज सुभाव मुख तो बचन हो गया, कहंदे ये पौन आ रही है, ये हवा ही खा के जीउंदा। मैं कहा जी ऐ नहीं हो सकता, कुछ ना कुछ तो छकना होएगा। ते उन्हां नूं बेनती की भी वीर जी तुहाडा थाल लिआउंदा है, आप जी 2 मिनट बैठ के छक लो फिर चले जाओ। कमाल दे बचन सी उस सिंह दे। अज दा सिंह है, अपने नेड़े ही रहिंदा है। वो कहंदा वीर जी मैं एक दिन दे विच सिर्फ 2 प्रशादे छकदा, एक मैं उस स्थान तो महापुरखों नाल चलण वेले छक आया सी, बाकी सारे एक मेरा पेंडिंग सारे दिन दा रह गया, ते ओदे विचों अद्धा मैं इत्थे छक लेना, बाकी अद्धा जिथे लिखा होएगा उत्थे छक लांगा। ते जिन्ना तेज ते नूर उस सिंह च सी, मैं ये कहा भी जे सारी त्रिपड़ी दे लोग इकट्ठे कर लिए तां भी उन्ना तेज नहीं बन सकदा जिन्ना ओदे शरीर दे उत्ते सी, जिन्ना ओदे चेहरे ते सी। ये जुगतियां ने, थोड़ा समय थोड़ा ही खावे। सानू जुगतियां मिलियां होईयां ने, ते जे आपां जुगती तो दूर जा रहे हैं ना, ते फिर सानू पता होएगा भी आपां इस राह ते नहीं हैगे जिथे सानू भगती दे राह ते आउणा पैना है। दोनों वक्त जीवाले मोको, अर्थ करांगे डूंगे। मोको दोनों वक्त जीवाले, मैनू दोनों वक्त, वक्त मतलब मुसीबत। 2 वक्त किहड़े ने मनुख नूं, जिहदा शरीर आ गया ना ਉਹਨੂੰ 2 ਵੱਡੀਆਂ ਮੁਸੀਬਤਾਂ ਨੇ, ਇੱਕ ਜੰਮਣਾ ਤੇ ਇੱਕ ਮਰਨਾ। ਜੰਮਣਾ ਵੀ ਉਹਦੇ ਵਾਸਤੇ ਵਕਤ ਹੈ ਤੇ ਮਰਨਾ ਵੀ ਉਹਦੇ ਵਾਸਤੇ ਵਕਤ ਹੈ, ਤੇ ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ ਇਹ ਬੜੀ ਵੱਡੀ ਮੁਸੀਬਤ ਹੋ ਗਈ। ਭਗਤ ਜੀ ਕਹਿੰਦੇ ਮੋਕੋ ਮੈਨੂੰ ਕਿਰਪਾ ਕਰੋ, ਮੇਰੀ ਜੀਵ ਆਤਮਾ ਨੂੰ ਇਸ ਦੋਨੋਂ ਵਕਤਾਂ ਚੋਂ ਬਾਹਰ ਕੱਢ ਲਓ। ਜਨਮ ਮਰਨ ਦੇ ਵਕਤਾਂ ਚੋਂ ਮੇਰੀ ਜੀਵ ਆਤਮਾ ਨੂੰ ਬਾਹਰ ਕੱਢ ਦਿਓ, ਅਰਥਾਤ ਮੁਕਤ ਕਰ ਦਿਓ। ਮੈਨੂੰ ਦੁਬਾਰਾ ਜਨਮ ਮਰਨ ਨਾ ਲੈਣੇ ਪੈਣ, ਤੇ ਜੀਵ ਵਾਲੇ मैनू सदीवी अमर कर दो, मेरी आत्मा सदा वास्ते अपने च मिला के हमेशा वास्ते जगदी कर दो, जीवदी कर दो, ज्योति जोत मिला दो। वो जोत हमेशा ही जगदी है, ਉਹਦੇ ਚ मेरी छोटी जी ज्योति मिला दो ताकि हमेशा वास्ते जीवदी रहे। जी वाले खाट मांगो चौपाई, संसारिक अर्थ ने खाट, खाट कहते ने मंजी, मांगो चौपाई 4 पैरां वाली, चारों पावे पूरे चाहिए ने। एक पावा भी घट होया ते रात उत्ते पिया ना, वो डिग डिग करी जो इधरों उधर, ते नींद कोई नहीं आनी। भगत जी कहते मंजी चाहिए, सावत चाहिए 4 पैरां वाली। पर जे डूंगे अर्थ करांगे, भगत जी जो मंग रहे ने जी उन्हां दा विचार करांगे, तो कह रहे ने खाट, खाट कहते ने 6, चौपाई 4, 4 वेद ने, 6 शास्त्र ने। कहते मैनू 4 वेद 6 शास्त्रां दा ज्ञान दे दिओ, इन्ना ज्ञान दे दिओ। मैं मंगदा कि मैनू ये शास्त्र वेद ना पढ़ने पैण, बस तुहाडा सिमरन करदियां 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 4 वेद ते 6 जिहड़े पुराण ने उन्हां दा ज्ञान मैनू हो जाए। ये मंग रहे ने कि मैनू जो उन्हां च आत्मक ज्ञान प्राप्त गुरु साहब तुसीं रखिया, अकाल पुरख रखिया, वो मैनू दे दिओ। सिरहाना आवर तुलाई, हुण मंजी मिल गई तो सिरहाना भी चाहिए, नहीं तो अजकल वांगू सर्वाइकल हो जानी, सिर उच्चा नीवा हो जाए तो गर्दन दुखन लग जानी। सिरहाना आवर तुलाई, तुलाई भी चाहिए उत्ते विछाउण नूं, पर नहीं, वो कहते ने सिरहाना, मेरे सिर दे अंदर जिहड़ा हंकार रूपी बैठा है, जिन्हें मेरे सिर की हानि की हुई है।
ਇਹ ਜਿਹੜਾ ਆਤਮਕ ਆਨੰਦ ਦਾ ਕੇਂਦਰ ਹੈ, ਇਹ ਸੀਸ ਆਤਮਕ ਆਨੰਦ ਦਾ ਕੇਂਦਰ ਹੈ। ਇੱਥੇ ਜੋਤ ਦਾ ਨਿਵਾਸ ਹੈ ਪਰਮਾਤਮਾ ਦਾ। ਕਹਿੰਦੇ ਇਹਦੇ ਵਿੱਚ ਜਦੋਂ ਹੰਕਾਰ ਆ ਜਾਂਦਾ ਨਾ, ਉਹ ਸਾਰੀ ਗੜਬੜ ਕਰ ਦਿੰਦਾ। ਇਹ ਮੇਰੇ ਸਿਰ ਦੇ ਅੰਦਰੋਂ ਨਾ ਇਹ ਹੰਕਾਰ ਨੂੰ ਬਾਹਰ ਕੱਢ ਦਿਓ। ਸਿਰਹਾਨਾ ਅਵਰ ਤੇ ਜਿਹੜੇ ਦੂਜੇ ਨੇ ਮੈਨੂੰ, ਉਹਨਾਂ ਦੇ ਤੁੱਲ ਕਰ ਦਿਓ, ਸਮ ਦ੍ਰਿਸ਼ਟੀ ਕਰ ਦਿਓ। ਜਿਹੜੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਸ਼ਲੋਕਾਂ 'ਚ ਕਹਿ ਰਹੇ ਨੇ ਕਿ ਸਮ ਦ੍ਰਿਸ਼ਟੀ ਆਏਗੀ, ਫਿਰ ਤੇਰਾ ਸਮਝ ਕੇ ਤੂੰ ਮੁਕਤ ਹੈ। ਬਸ ਜਿਸ ਦਿਨ ਮਨੁੱਖ ਅੰਦਰ ਸਮ ਦ੍ਰਿਸ਼ਟੀ ਆ ਗਈ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਜਿਸ ਵੇਲੇ ਸਮ ਦ੍ਰਿਸ਼ਟੀ ਆ ਗਈ, ਧੁਲਾਈ ਆ ਗਈ, ਬਰਾਬਰਤਾ ਆ ਗਈ, ਉਸ ਵੇਲੇ ਕੀ ਮਿਲ ਜਾਏਗਾ? ਤੈਨੂੰ ਮੁਕਤੀ ਮਿਲ ਜਾਏਗੀ। ਸਿਰਹਾਨਾ, ਤੇਰੇ ਸਿਰ ਦੇ ਅੰਦਰੋਂ ਹੰਕਾਰ ਖਤਮ ਹੋ ਜਾਏਗਾ। ਤੇ ਭਗਤ ਜੀ ਮੰਗ ਰਹੇ ਨੇ, ਪ੍ਰਮਾਤਮਾ ਮੇਰੇ ਸਿਰ ਦੇ ਅੰਦਰ ਜਿਹੜਾ ਹੰਕਾਰ ਹੈ, ਮੇਰੇ ਆਤਮਕ ਕੇਂਦਰ 'ਚ ਜਿਹੜਾ ਹੰਕਾਰ ਬੈਠਾ ਹੈ, ਉਸ ਨੂੰ ਖਤਮ ਕਰ ਦਿਓ, ਤਾਂ ਕਿ ਮੈਨੂੰ ਸਾਰੇ ਸਰੀਰ, ਸਾਰੇ ਸਰੂਪ ਤੇਰੇ ਜਾਪਣ, ਇੱਕੋ ਜਿਹੇ ਜਾਪਣ। ਉੱਪਰ ਕੋ ਮੰਗੋ ਖਿੰਦਾ, ਉੱਪਰੋਂ ਕਹਿੰਦੇ ਹੁਣ ਰਜਾਈ ਵੀ ਮਿਲ ਗਈ, ਤਲਾਈ ਵੀ ਮਿਲ ਗਈ, ਉੱਪਰ ਲੈਣ ਵਾਸਤੇ ਕੋਈ ਖੇਸ ਵੀ ਦਿਓ, ਕਹਿੰਦੇ ਕੋਈ ਕੰਬਲ ਵੀ ਦਿਓ, ਖਿੰਦਾ ਉੱਪਰ ਕੰਬਲ ਲੈਣ ਨੂੰ ਵੀ ਦਿਓ, ਕੋਈ ਰਜਾਈ ਵੀ ਦਿਓ। ਪਰ ਡੂੰਘੇ ਅਰਥ ਕਰਾਂਗੇ ਜੋ ਮੰਗ ਰਹੇ ਨੇ ਭਗਤ ਜੀ, ਉੱਪਰ ਕੋ ਮੰਗੋ, ਸਭ ਤੋਂ ਉੱਪਰ ਦੀ ਚੀਜ਼ ਮੰਗਣਾ। ਕਹਿੰਦੇ ਹੁਣ ਭਗਤ ਜੀ ਕਹਿੰਦੇ ਸਭ ਤੋਂ ਉੱਪਰ ਦੀ ਚੀਜ਼ ਮੰਗਦਾ ਕੀ? ਮੈਨੂੰ ਖਿਮਾ ਦਾ ਦਾਨ ਦੇ ਦੇ। ਖਿੰਦਾ ਖਿਮਾ, ਮੈਨੂੰ ਖਿਮਾ ਦਾ ਦਾਨ ਦੇ ਦੇ। ਮੇਰੇ ਨਾਲ ਕੋਈ ਚੰਗਾ ਕਰੇ ਮਾੜਾ ਕਰੇ, ਬਸ ਮੈਂ ਉਹਨੂੰ ਖਿਮਾ ਕਰੀ ਜਾ। ਮੈਨੂੰ ਖਿਮਾ ਰੂਪੀ ਦਾਨ ਦੇ ਦੇ, ਮੈਂ ਉਹ ਵਰਤਾਈ ਜਾ, ਬਸ ਮੈਂ ਉਹ ਵਰਤਾਈ ਜਾ। ਸਭ ਤੋਂ ਉੱਪਰ ਦੀ ਚੀਜ਼ ਹੈ ਖਿਮਾ। ਭਗਤੀ 'ਚ ਜੇ ਸਭ ਤੋਂ ਕੀਮਤੀ ਚੀਜ਼ ਹੈ ਉਹ ਖਿਮਾ। ਔਰ ਭਗਤ ਜਿਹੜੇ ਨੇ, ਪਰਮਾਤਮਾ ਦੇ ਸਾਧੂ ਜਿਹੜੇ ਨੇ, ਬ੍ਰਹਮ ਗਿਆਨੀ ਬੇਤੇ, ਤਤ ਬੇਤੇ ਜਿਹੜੇ ਨੇ, ਸਭ ਤੋਂ ਪਹਿਲਾ ਪਦਾਰਥ ਉਹ ਖਿਮਾ ਹੀ ਵੰਡਦੇ ਨੇ। किसी ने कुछ करता है खिमा है, माफ है। लूण घट पाके देता कोई गल नहीं, माफ है। बुरा भला कहता है, माफ है। माड़ा चंगा करता है, माफ है। वो कहते मैनू सब तो उपर दी उपर को मंगो। हुण इन्नियां चीजां मंग लियां ने परमात्मा तेरे तो, मेरा हंकार सिर चों खत्म कर दे। हुण कहते मैनू दे उपर तो, सब तो उपर खिमा जाचना दान दे। तेरी भगत करे जन थींदा। ये जड़ा तेरा आत्मक स्वरूप है, ये भगती करे तेरी, रज रज के भगती करे। असी कदी अरदास नहीं की। मारो जरा जीवन च हाथ, किन्नी वारी साहब दे सामने आए होवांगे ते उन्हां चों किन्नी वारी कहा परमात्मा मैनू रज के भगती दे, नहीं कहा ना। फिर जो मांगे ठाकुर अपने ते वही मिलेगा। भगत जी मांग रहे ने, इन्नी अवस्था उच्ची हो गई है, तेरी भगत करे। मैं तेरी भगत करदा करदा थींदा तेरे विच ही समा जा। मैं तेरे ही हो जा, थींदा तेरे वर्गा ही हो जावां, थी जावां, थींदा थी जावां, हो जावां, तेरे वर्गा हो जा, तेरे अंदर समा जावां। तेरी भगत करे जन थींदा। मैं नाही कीता लभो। कहते मैं इन्नियां चीजां मंगियां ने, मैं कोई लोभ हंकार लोभ नहीं कीता। मैं लोभ किनू कहंदे ने? जिन्नी चीज चाहिए उन्नी ले ली बस। मान लो मैं किसी दे घर गया ते भैन जी ने बड़े प्रेम नाल लंगर पा के मैनू थाली च छकाया, मैं छक लिया। ते जे हुण मैं कहा जी मैनू घर ले जाण वास्ते भी दिओ, ये लोभ है भी जिन्ना शरीर नू चाहिदा सी मैं छक लिया, बस फतेह हो गई। ते जे मैं कहा मैनू रात दा भी दे दिओ, मैनू सवेर दा भी दे दिओ, ये लालच है। भगत जी कहंदे मैं जो चीजां मंगियां ने, मैं 2 टाइम दा आटा ही मंगया, बस पाइया घ्यो ही मंगया, 1.5 किलो 2 किलो कोई टीन नहीं मंगे। साडी मनुख दी बिरती है, ये कल वास्ते जोड़दा है। परमात्मा दा कोई जीव पैदा किया कल वास्ते नहीं जोड़दा, कोई जीव नहीं जोड़दा। सिर्फ मनुख है जिहड़ा अगलियां कुल्लां वास्ते भी जोड़दा। ओहदे भी प्लाट ले लो, ओहदे भी ले लो, ओहदियां भी एफडीआं करा दो, ओहदा भी करा दो। यही अगे अगे वास्ते जोड़दा है। इस करके दुखां च फसिया होया, क्योंकि उन्होंने भरोसा ही नहीं भी जिन्ना मैनू चाहिए उन्ना रब ने दे देना। वो तो पहले लिखता मैनू देना ही देना, वो तो लिखा होया। ते जिस दिन नहीं देना, माफ कर दो मैनू बचन करने पैने ने। महापुरख आए सी अपने कोल, ते जदों महापुरखां नू लंगर छकाउण लगे ना, ते अपने महात्मा महापुरखां ने एक बचन कहा, कहंदे अज मेरी किस्मत च ना एक रोटी ते दाल ही है। ते मैं बचन सुन लिया ते घर आके विचारिया भी महापुरखां ने यह क्यों कहा? अज उन्हां दी सेहत ठीक नहीं, अकाल पुरख दा हुक्म नहीं कि इस तो वध छक सकण। अकाल पुरख दा हुक्म नहीं ना, ते अंदरों किन्ना आत्मक आनंद है, खुशी है।
ਵੀ ਅੱਜ ਇੰਨਾ ਹੀ ਲਿਖਿਆ, ਇੰਨੇ ਹੀ ਮਿਲ ਗਿਆ, ਬਸ ਜਿੰਨਾ ਲਿਖਿਆ ਸੀ ਮਿਲ ਗਿਆ, ਛਕ ਲਿਆ। ਅਗਲਾ ਬਚਨ ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਕੀ ਬੋਲਿਆ ਸੀ ਉੱਥੇ? ਭੈਣ ਜੀ ਖੜੇ ਸੀ, ਕੀ ਬੋਲਿਆ ਸੀ ਉੱਥੇ? ਕਹਿੰਦੇ ਲੋਕੀ ਉਹੀ ਭੱਜੀ ਫਿਰੇ ਨੇ, ਆਹ ਨਹੀਂ ਮਿਲਦਾ, ਆਹ ਨਹੀਂ ਮਿਲਦਾ। ਮਹਾਂਪੁਰਖਾਂ ਦੇ ਹਰ ਬਚਨ ਦੇ ਵਿੱਚ ਬੜਾ ਕਮਾਲ ਦਾ ਗਿਆਨ ਹੁੰਦਾ, ਬੜਾ ਕਮਾਲ ਦਾ। ਪਰ ਜੇ ਮਹਾਰਾਜ ਕਿਰਪਾ ਕਰਨ, ਆਪ ਬੁਝਾਏ, ਜਿਸ ਆਪ ਬੁਝਾਏ। ਇਸੇ ਤਰ੍ਹਾਂ ਬਾਣੀ 'ਚ ਬੜੇ ਅਗੋਚਰ ਬਚਨ ਨੇ। ਭਗਤਾਂ ਦੀ ਬਾਣੀ ਤਾਂ ਬਹੁਤ ਹੀ ਅਗੋਚਰ ਹੈ, ਬੜੀ ਡੂੰਗੀ ਹੈ। ਭਗਤ ਜੀ ਕਹਿ ਰਹੇ ਨੇ ਕਿ ਮੈਂ ਨਾਹੀ ਕੀਤਾ ਲੱਭੋ। ਪਰਮਾਤਮਾ ਮੈਂ ਕੋਈ ਲੋਭ ਨਹੀਂ ਕੀਤਾ ਚੀਜ਼ਾਂ ਮੰਗਣ ਵੇਲੇ। ਸਾਨੂੰ ਕਹਿ ਰਹੇ ਨੇ ਮੰਗਣ ਵੇਲੇ ਜਾਓ, ਓਨੇ ਹੀ ਮੰਗਿਓ ਜਿੰਨਾ ਲੋੜ ਹੈ। ਜਦੋਂ ਵੱਧ ਮੰਗੋਗੇ ਨਾ ਤੇ ਤੁਹਾਡਾ ਵਿਸ਼ਵਾਸ ਖਤਮ ਹੋ ਜਾਏਗਾ। ਮੰਨ ਲਓ ਮੈਨੂੰ 100 ਰੁਪਏ ਦੀ ਲੋੜ ਹੈ ਤੇ ਮੈਂ ਵੀਰ ਜੀ ਨੂੰ ਕਹਾਂ ਜੀ ਮੈਨੂੰ 1000 ਰੁਪਏ ਦੇ ਦਿਓ, ਤੇ ਵੀਰ ਜੀ ਨੂੰ 5 ਮਿੰਟ ਬਾਅਦ ਪਤਾ ਲੱਗ ਜਾਣਾ ਵੀ ਇਹਨੂੰ ਕਿਉਂ ਚਾਹੀਦੇ ਨੇ ਪੈਸੇ। ਦੇਖ ਲੈਣਗੇ ਨਾ ਵੀ ਇਹਨੇ 100 ਰੁਪਏ ਦਾ ਕੀ ਕਰਨਾ, ਕਿੱਥੇ ਦੇਣਾ, ਤੇ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦੇ 100 ਸੀ, ਮੰਗੇ ਕਿੰਨੇ ਨੇ, ਲਾਲਚੀ ਹੈ। ਅਗਲੀ ਵਾਰੀ ਦੇਣ ਵੇਲੇ 2 ਵਾਰੀ ਸੋਚਣਗੇ ਦਿਆਂ ਕਿ ਨਾ ਦਿਆਂ। ਇਸ ਭਾਵਨਾ ਨੂੰ ਭਗਤ ਜੀ ਪ੍ਰਗਟ ਕਰ ਰਹੇ ਨੇ। ਜੋ ਤੈਨੂੰ ਬਹੁਤ ਜ਼ਰੂਰੀ ਚਾਹੀਦਾ, ਜਿਹਦੇ ਬਿਨਾ ਤੇਰਾ ਸਰ ਨਹੀਂ ਰਿਹਾ, ਤੇਰੀ ਭਗਤੀ 'ਚ ਵਿਘਨ ਪੈ ਰਿਹਾ, ਬਸ ਉਹਨਾਂ ਮੰਗ, ਬਾਕੀ ਲੋਭ ਨਾ ਕਰ। ਮੈਂ ਨਾਹੀ ਕੀਤਾ ਲੱਭੋ, ਤੇ ਆਂਤਰਿਕ ਅਰਥ ਬੜੇ ਡੂੰਘੇ ਨੇ। ਮੈਂ ਨਾਹੀ ਕੀਤਾ ਲੱਭੋ। ਕਹਿੰਦੇ ਪਰਮਾਤਮਾ ਮੇਰੇ ਅੰਦਰੋਂ ਲੋਭ ਵੀ ਲੈ ਜਾ। ਮੈਂ ਨਹੀਂ, ਮੇਰੇ ਅੰਦਰ ਨਾ ਰਹੇ। ਮੈਂ ਨਹੀਂ, ਇੱਥੇ ਰੁਕ ਜਾਓ, ਫਿਰ ਸਮਝ ਆਏਗਾ। ਮੈਂ ਨਹੀਂ, ਮੈਨੂੰ ਨਹੀਂ ਚਾਹੀਦਾ ਕੀਤਾ ਲੱਭੋ। ਜਿਹੜਾ ਤੂੰ ਮੇਰੇ ਅੰਦਰ ਲੋਭ ਪੈਦਾ ਕਰਤਾ ਹੈ ਨਾ, ਉਹ ਮੈਨੂੰ ਨਹੀਂ ਚਾਹੀਦਾ, ਲੈ ਜਾ ਵਾਪਸ। ਜਿਵੇਂ ਕਿਹਾ ਨਾ ਵੀ ਆ ਲੈ ਜਾ, ਉਸੇ ਤਰ੍ਹਾਂ ਇੱਥੇ ਕਿਹਾ ਮੈਂ ਨਹੀਂ ਕੀਤਾ ਲੱਭੋ, ਮੈਂ ਮੇਰੇ ਅੰਦਰੋਂ ਲੋਭ ਲੈ ਜਾ ਪਰਮਾਤਮਾ, ਇਹ ਤੇਰਾ ਕੀਤਾ ਹੋਇਆ ਤੇ ਮੈਨੂੰ ਨਹੀਂ ਚਾਹੀਦਾ। ਇੱਕ ਨਾਉ ਤੇਰਾ ਮੈਂ ਫੱਬੋ, ਸਮਾਂ ਉੱਪਰ ਹੋ ਗਿਆ, ਸ਼ਬਦ ਦੀ ਸਮਾਪਤੀ ਕਰਨੀ। ਇੱਕ ਨਾਉ ਤੇਰਾ ਮੈਂ ਫੱਬੋ, ਤੇਰਾ ਇੱਕ ਨਾਮ ਮੈਨੂੰ ਬੜਾ ਚੰਗਾ ਲੱਗਣ ਲੱਗ ਗਿਆ, ਫੱਬਣ ਲੱਗ ਗਿਆ। ਇਸ ਕਰਕੇ ਮੈਂ ਆ ਸਾਰੀਆਂ ਚੀਜ਼ਾਂ ਦੇਣਾ ਚਾਹੁੰਦਾ, ਲਾਲਚ ਦੇਣਾ ਚਾਹੁੰਦਾ, ਹੰਕਾਰ ਦੇਣਾ ਚਾਹੁੰਦਾ। ਕਿਉਂ? ਕਿਉਂਕਿ ਮੈਨੂੰ ਪਤਾ ਲੱਗ ਗਿਆ ਇਹਨਾਂ 'ਚ ਕੋਈ ਰਸ ਨਹੀਂ। ਇਹ ਤਾਂ ਮੇਰੀ ਆਤਮਾ ਨੂੰ ਉਲਝਾਉਂਦੇ ਨੇ। ਜਿਹੜੇ ਮੇਰੀ ਆਤਮਾ ਨੂੰ ਸ਼ਾਂਤੀ ਦਿੰਦਾ ਉਹ ਤੇਰਾ ਨਾਮ ਹੈ। ਮੈਂ ਉਹ ਤੇਰਾ ਨਾਮ ਮੈਨੂੰ ਫੱਬ ਗਿਆ ਹੈ, ਚੰਗਾ ਲੱਗ ਗਿਆ ਹੈ। ਕਹਿ ਕਬੀਰ ਮਨ ਮਾਨਿਆ। ਕਬੀਰ ਜੀ ਕਹਿੰਦੇ ਹੁਣ ਮੇਰਾ ਮਨ ਮੰਨ ਗਿਆ ਹੈ। ਕੀ ਮੰਨ ਗਿਆ? ਕਿ ਤੇਰੇ ਸਿਮਰਨ ਤੋਂ ਉੱਪਰ ਕੁਛ ਨਹੀਂ। ਅਸੀਂ ਵੀ ਨਿਤ ਪ੍ਰਤੀ ਪੜ੍ਹਦੇ ਹਾਂ, ਸੁਣਦੇ ਹਾਂ, ਵਿੱਚ ਬਾਣੀ ਅੰਮ੍ਰਿਤ, ਪਰ ਅਸੀਂ ਉਦਾਂ ਨਹੀਂ ਕਹਿ ਰਹੇ ਜਿੱਦਾਂ ਭਗਤ ਜੀ ਕਹਿ ਰਹੇ ਨੇ। ਅਸੀਂ ਉਦਾਂ ਨਹੀਂ ਕਹਿੰਦੇ ਵਿੱਚ ਬਾਣੀ, ਕਿਉਂਕਿ ਜਿਸ ਦਿਨ ਸਾਨੂੰ ਪਤਾ ਲੱਗੇਗਾ ਬਾਣੀ 'ਚ ਸਾਰੇ ਅੰਮ੍ਰਿਤ ਨੇ, ਬਸ ਹੁਣ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਅਸੀਂ ਉਦੋਂ ਇਸ ਆਨੰਦ 'ਚ ਬੋਲਾਂਗੇ ਕਿ ਵਿੱਚ ਬਾਣੀ ਅੰਮ੍ਰਿਤ ਸਾਰੇ। ਮੈਨੂੰ ਬਾਣੀ ਸੁਣਾ ਦਿਓ, ਬਸ ਮੈਨੂੰ ਬਾਣੀ ਪੜ੍ਹਨ ਨੂੰ ਸਮਾਂ ਮਿਲ ਜੇ, ਮੈਂ ਬਾਣੀ ਪੜ੍ਹਿਆ ਕਰਾਂ, ਮੈਨੂੰ ਹੋਰ ਕਿਸੇ ਚੀਜ਼ ਦੀ ਬਹੁਤੀ ਲੋੜ ਨਹੀਂ। ਅਸੀਂ ਨਹੀਂ ਅਜੇ ਉਸ ਅਵਸਥਾ ਤੇ ਆਏ, ਪਰ ਭਗਤ ਜੀ ਕਹਿ ਰਹੇ ਨੇ ਮੇਰਾ ਮਨ ਮੰਨ ਗਿਆ ਇਸ ਗੱਲ ਨੂੰ, ਮੇਰੇ ਵਿਚਾਰ ਮੰਨ ਗਏ ਨੇ ਕਿ ਤੇਰੇ ਨਾਮ ਤੋਂ ਉੱਪਰ ਕੁਛ ਨਹੀਂ। ਮਨ ਮਾਨਿਆ ਤੋ ਹਰ ਜਾਣਿਆ। ਕਹਿੰਦੇ ਜਦੋਂ ਮੇਰਾ ਮਨ ਮੰਨਿਆ ਨਾ, ਤਾਂ ਮੈਨੂੰ ਪਤਾ ਲੱਗਿਆ ਪਰਮਾਤਮਾ ਤੇਰੀ ਹੋਂਦ ਕੀ ਹੈ, ਤੂੰ ਕਿੱਥੇ ਹੈ, ਤੂੰ ਕਿਹੋ ਜਿਹਾ ਹੈ, ਤੂੰ ਕਿੰਨੇ ਗੁਣਾਂ ਦਾ ਭਰਪੂਰ ਹੈ, ਤੇਰੇ ਅੰਦਰ ਕਿੰਨੀ ਸੁੱਖ ਤੇ ਸ਼ਾਂਤੀ ਹੈ, ਤੇਰੇ ਕੋਲ ਸਹਿਜ ਪਦਾਰਥ ਹੈ, ਤੇਰੇ ਕੋਲ ਕਿੰਨੀਆਂ ਅਮੁੱਲ ਦਾਤਾਂ ਨੇ। ਮੈਨੂੰ ਹੁਣ ਜਾਣਿਆ, ਜਦੋਂ ਮੇਰਾ ਮਨ ਮੰਨ ਗਿਆ ਉਦੋਂ ਜਾਣ ਲਿਆ। ਕਈਆਂ ਵਿਚਾਰਵਾਨਾਂ ਨੇ ਇਹ ਅਰਥ ਕੀਤੇ ਨੇ, ਮਨ ਮਾਨਿਆ ਤੋ ਹਰ ਜਾਣਿਆ। ਜਦੋਂ ਤੈਨੂੰ ਜਾਣਿਆ ਉਦੋਂ ਮੇਰਾ ਮਨ ਮੰਨਿਆ, ਉਦੋਂ ਤੱਕ ਮੇਰਾ ਮਨ ਹੀ ਨਹੀਂ ਮੰਨਿਆ। ਕਹਿੰਦੇ ਮੇਰਾ ਮਨ ਹੀ ਉਦੋਂ ਮੰਨਿਆ ਜਦੋਂ ਮੈਂ ਤੈਨੂੰ, ਤੇਰੇ ਗੁਣਾਂ ਨੂੰ ਜਾਣਨਾ ਕੀਤਾ। ਤੋ ਇਹ ਸ਼ਬਦ 11ਵਾਂ ਆਪ ਸੰਗਤ ਦੀ ਵਿਚਾਰ ਹੋਈ ਹੈ। ਅੱਜ ਸਿਮਰਨ ਦਾ ਸਮਾਂ ਨਹੀਂ, ਕਿਉਂਕਿ ਪਹਿਲੇ ਹੀ 2-4 ਮਿੰਟ ਉੱਪਰ ਹੋ ਗਏ ਨੇ। ਖਿਮਾ ਦਿਓ ਕਿਉਂਕਿ ਸਮਾਂ ਵੱਧ ਲੱਗ ਰਿਹਾ, ਪਰ ਦਾਸ ਕਿਉਂਕਿ ਅਭਿਆਸੀ ਨਹੀਂ ਹੈ, ਇਸ ਕਰਕੇ ਆਪ ਤੋਂ ਖਿਮਾ ਮੰਗਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਆਪ ਸਾਰੀ ਸੰਗਤ ਤੇ ਮਹਾਰਾਜ ਕਿਰਪਾ ਕਰਨ। ਜੋ ਵਿਚਾਰ ਮਹਾਰਾਜ ਨੇ ਕਰਵਾਈ ਹੈ ਉਹ ਸਾਰੀ ਸੰਗਤ ਦੀ ਝੋਲੀ ਮਹਾਰਾਜ ਪਾਉਣ ਅਤੇ ਆਪਣੀਆਂ ਕਿਰਪਾ ਬਖਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸੰਗਤ ਦੇ ਵਿੱਚ ਬਿਠਾ ਕੇ ਆਪਣੀ ਇਹ ਅਮੁੱਲ ਪਦਾਰਥ ਸਾਡੀ ਝੋਲੀ ਦੇ ਵਿੱਚ ਪੈਂਦੇ ਰਹਿਣ। ਇਤਨੀਆਂ ਸੇਵਾ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।